ਸੂਬੇਦਾਰ ਸ਼ਿਵ ਸਿੰਘ ਦੀ ਪੁਸਤਕ ਸਾਡਾ ਸੱਭਿਆਚਾਰਕ ਵਿਰਸਾ ਨਹੀਂ ਲੱਭਣੇ ਰੰਗ ਵਾਚੇ। ਅਧਿਆਇ 5 ਭਾਗ 2 ਮਨੁੱਖਤਾ ਦੀ ਸੁਰੱਖਿਆ ਵਾਸਤੇ ਮਕਾਨ। ਛੱਤਾਂ ਦਾ ਹੋਂਦ ਵਿੱਚ ਆਉਣਾ। ਜਦੋਂ ਮਨੁੱਖਤਾ ਨੇ ਸੱਭਿਅਤਾ ਵੱਲ ਕਦਮ ਪੁੱਟਿਆ ਹੋਵੇਗਾ ਤਾਂ ਉਹਨਾਂ ਨੇ ਗਰਮੀ ਸਰਦੀ ਦੇ ਮੌਸਮਾਂ, ਹਨੇਰੀਆਂ, ਬਾਰਿਸ਼ਾਂ, ਝੱਖੜਾਂ, ਤੂਫਾਨਾਂ ਅਤੇ ਧੁੱਪਾਂ ਤੋਂ ਆਪਣੇ ਸਰੀਰ ਦੀ ਰੱਖਿਆ ਕਰਨ ਵਾਸਤੇ ਪਹਿਲੋਂ ਪਹਿਲ ਕੁਦਰਤੀ ਵਸੀਲਿਆਂ ਤੋਂ ਲਾਭ ਲਿਆ ਹੋਵੇਗਾ। ਉਸ ਤੋਂ ਮਗਰੋਂ ਹੋਰ ਸੱਭਿਅਕ ਹੋ ਕੇ ਮਿੱਟੀ ਦੇ ਗਾਰੇ ਨਾਲ ਪੱਥਰਾਂ ਨੂੰ ਚਿਣ ਕੇ ਕੰਧਾਂ ਬਣਾਉਣੀਆਂ ਸਿੱਖੀਆਂ ਹੋਣਗੀਆਂ ਅਤੇ ਉਸ ਤੋਂ ਮਗਰੋਂ 4 ਕੰਧਾਂ ਬਣਾ ਕੇ ਉਹਨਾਂ ਵਿੱਚ ਲਾਂਘਾ ਰੱਖ ਕੇ ਹਨੇਰੀਆਂ ਤੋਂ ਬਚਣ ਅਤੇ ਮਗਰੋਂ ਉੱਪਰੋਂ ਹੁੰਦੀ ਬਾਰਿਸ਼ ਅਤੇ ਧੁੱਪ ਤੋਂ ਮਿਲਦੀ ਮੁਸ਼ਕਲ ਤੋਂ ਵੀ ਸੁਰੱਖਿਆ ਵਾਸਤੇ ਸੋਚਿਆ ਹੋਵੇਗਾ ਕਿ ਜੇ ਇਹਨਾਂ ਕੰਧਾਂ ਉੱਪਰ ਛੱਤ ਪਾਈ ਜਾਵੇ ਤਾਂ ਉੱਪਰੋਂ ਆਉਂਦੀਆਂ ਔਕੜਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਤਾਂ ਉਹਨਾਂ ਨੇ ਇੱਕ ਕੰਧ ਤੋਂ ਦੂਸਰੀ ਕੰਧ ਤੱਕ ਲੰਬੀਆਂ ਸੁੱਕੀਆਂ ਲੱਕੜਾਂ ਦਾ ਬੰਦੋਬਸਤ ਕਰਕੇ ਅਤੇ ਉਹਨਾਂ ਕੰਧਾਂ ਉੱਪਰ ਰੱਖ ਕੇ ਫਿਰ ਉਹਨਾਂ ਲੱਕੜਾਂ ਉੱਪਰ ਛਾਪੇ ਜਾਂ ਕੱਖ ਜਾਂ ਕਾਨੇ ਰੱਖ ਕੇ ਧੁੱਪ ਤੋਂ ਬਚਾ ਕਰ ਲਿਆ ਹੋਵੇਗਾ। ਉਸ ਤੋਂ ਮਗਰੋਂ ਬਾਰਿਸ਼ ਤੋਂ ਬਚਣ ਵਾਸਤੇ ਛਾਪਿਆਂ ਜਾਂ ਕੱਖਾਂ ਕਾਨਿਆਂ ਉੱਪਰ ਚੰਗੀ ਮਿੱਟੀ ਦਾ ਚਾਹਾ ਪਾਇਆ ਹੋਵੇਗਾ। ਪਹਿਲੀਆਂ ਬਣਾਈਆਂ ਗਈਆਂ ਛੱਤਾਂ ਉੱਪਰ ਹੁੰਦੀ ਬਾਰਿਸ਼ ਦਾ ਪਾਣੀ ਵੀ ਉਸ ਕਮਰੇ ਦੇ 4 ਚੁਫੇਰੇ ਹੀ ਡਿੱਗਦਾ ਹੋਵੇਗਾ, ਜਿਸ ਕਰਕੇ ਉਹਨਾਂ ਨੂੰ ਕਮਰੇ ਨਾਲੋਂ ਛੱਤ ਦੀ ਲੰਬਾਈ ਅਤੇ ਚੌੜਾਈ 4 ਚੁਫੇਰੇ 2 ਕੁ ਫੁੱਟ ਵੱਧ ਹੀ ਰੱਖੀ ਜਾਂਦੀ ਹੈ ਤਾਂ ਕਿ ਛੱਤ ਦੀ ਇੱਕ ਪਾਸੇ ਨੂੰ ਢਲਾਨ ਰੱਖੀ ਜਾ ਸਕੇ। ਉਸ ਤੋਂ ਪਿੱਛੋਂ ਬਨੇਰੇ ਅਤੇ ਪਰਨਾਲਾ ਸੱਭਿਆਚਾਰ ਹੋਂਦ ਵਿੱਚ ਆਇਆ। ਪਰਨਾਲਾ ਸੱਭਿਆਚਾਰ ਮੁਤਾਬਕ ਛੱਤ ਉੱਪਰਲੇ ਬਾਰਿਸ਼ ਦੇ ਪਾਣੀ ਨੂੰ ਮਰਜ਼ੀ ਮੁਤਾਬਕ ਹੀ ਛੱਤ ਦਾ ਢਲਵਾਨ ਰੱਖ ਕੇ ਬਨੇਰਿਆਂ ਦੀ ਮਦਦ ਨਾਲ ਪਰਨਾਲੇ ਰਾਹੀਂ ਕੱਢਿਆ ਜਾਂਦਾ ਹੈ। ਮਕਾਨ ਦੇ ਬਨੇਰੇ ਬਾਰਿਸ਼ ਦੇ ਪਾਣੀ ਨੂੰ ਕੰਟਰੋਲ ਹੀ ਨਹੀਂ ਕਰਦੇ, ਸਗੋਂ ਮਕਾਨ ਦੀ ਸੁੰਦਰਤਾ ਵੀ ਵਧਾਉਂਦੇ ਹਨ। ਉਸ ਤੋਂ ਮਗਰੋਂ ਛੱਤਾਂ ਉੱਪਰ ਮੋਗ ਸੱਭਿਆਚਾਰ ਵੀ ਸ਼ੁਰੂ ਹੋਇਆ ਹੋਵੇਗਾ। ਮੋਗਾ ਸ਼ਬਦ ਮਗੋਰੇ ਤੋਂ ਰੱਖਿਆ ਗਿਆ ਹੈ। ਇਹ ਮਗੋਰਾ ਬਨੇਰੇ ਵਾਲੀ ਛੱਤ ਦੇ ਵਿਚਕਾਰ ਛੱਤ ਅਤੇ ਕਮਰੇ ਦੇ ਅੰਦਰ ਨੂੰ ਸਿੱਧਾ ਮਿਲਾਉਣ ਵਾਲਾ ਰਾਹ ਅਥਵਾ ਮੋਗ ਮੱਕੀ ਹੁੰਦਾ ਸੀ, ਜੋ ਛੱਤ ਉੱਤੇ ਧੁੱਪ ਵਿੱਚ ਸੁਕਾਉਣ ਵਾਸਤੇ ਖਿਲਾਰੇ ਅਨਾਜ ਦਾਣਿਆਂ ਜਾਂ ਮੱਕੀ ਦੀਆਂ ਛੱਲੀਆਂ ਨੂੰ ਸੁੱਕ ਜਾਣ ਤੋਂ ਮਗਰੋਂ ਛੱਤ ਤੋਂ ਸਿੱਧਿਆਂ ਅੰਦਰ ਸੁੱਟਣ ਵਾਸਤੇ ਰੱਖਿਆ ਹੁੰਦਾ ਸੀ। ਪੁਰਾਣੇ ਸਮੇਂ ਵੇਲੇ ਮੋਗ ਤੋਂ ਬਗੈਰ ਛੱਤ ਅਧੂਰੀ ਸਮਝੀ ਜਾਂਦੀ ਸੀ। ਜਿੱਥੇ ਮੋਗਾ ਰੋਸ਼ਨਦਾਨ ਦਾ ਕੰਮ ਵੀ ਕਰਦਾ ਸੀ, ਤਦ ਬਾਰਿਸ਼ ਵੇਲੇ ਮੋਗ ਨੂੰ ਢੱਕ ਦਿੱਤਾ ਜਾਂਦਾ ਸੀ ਅਤੇ ਮੋਗੇ ਦੇ 4 ਚੁਫੇਰੇ ਨੂੰ ਬਨੇਰੇ ਦੇ ਬਰਾਬਰ ਉੱਚਾ ਰੱਖਿਆ ਜਾਂਦਾ ਸੀ ਤਾਂ ਕਿ ਬਾਰਿਸ਼ ਦਾ ਪਾਣੀ ਉੱਥੋਂ ਦੀ ਕਮਰੇ ਦੇ ਅੰਦਰ ਨਾ ਜਾਵੇ। ਹੁਣ ਮੋਗਾ ਸੱਭਿਆਚਾਰ ਵੀ ਅਲੋਪ ਹੋ ਗਿਆ। ਮਨੁੱਖਤਾ ਨੇ ਜਦੋਂ ਕੰਧਾਂ ਉੱਤੇ ਪਹਿਲੋਂ ਪਹਿਲ ਛੱਤ ਪਾਈ ਹੋਵੇਗੀ ਤਦ ਉਸ ਵਿੱਚ ਰਹਿ ਗਈਆਂ ਘਾਟਾਂ ਨੂੰ ਤਜਰਬੇ ਦੇ ਆਧਾਰ 'ਤੇ ਦੂਰ ਕੀਤਾ ਜਾਂਦਾ ਰਿਹਾ ਹੈ ਅਤੇ ਸੋਧਾਂ ਕਰਦਿਆਂ ਹੀ ਹੋਣ ਵਾਲਾ ਮੌਜੂਦਾ ਛੱਤ ਸੱਭਿਆਚਾਰ ਹੋਂਦ ਵਿੱਚ ਆਇਆ, ਜਿਸ ਕਰਕੇ ਪਿਛਲਾ ਸਾਰਾ ਛੱਤ ਸੱਭਿਆਚਾਰ ਅਲੋਪ ਹੋ ਚੁੱਕਿਆ ਜਾਂ ਅਲੋਪ ਹੋਣ ਦੇ ਕਿਨਾਰੇ ਉੱਤੇ ਖੜ੍ਹਾ ਹੈ। ਇਸੇ ਤਰ੍ਹਾਂ ਪੁਰਾਣੇ ਸਮੇਂ ਵਿੱਚ ਵੱਡੇ ਕਮਰੇ ਉੱਤੇ ਛੱਤ ਪਾਉਣ ਵਾਸਤੇ ਹੁਣ ਵਾਂਗੂ ਹੀ ਜਿਵੇਂ ਹੁਣ ਵੱਡੇ ਕਮਰੇ ਉੱਤੇ ਛੱਤ ਪਾਉਣ ਵਾਸਤੇ ਸੀਮੈਂਟ, ਰੇਤ, ਬਜਰੀ ਅਤੇ ਲੋਹੇ ਦੇ ਮੋਟੇ ਸਰੀਏ ਦਾ ਬੀਮ ਬਣਾ ਕੇ ਪਾਇਆ ਜਾਂਦਾ, ਉਸ ਤੋਂ ਮਗਰੋਂ ਛੋਟੇ ਬੀਮ ਬਣਾ ਕੇ ਉਹਨਾਂ ਨਾਲ ਜੋੜਿਆ ਅਤੇ ਲੈਂਟਰ ਪਾਇਆ ਜਾਂਦਾ। ਇਹ ਸਭ ਕੁਝ ਉਸ ਪੁਰਾਣੀ ਛੱਤ ਦੀ ਨਕਲ ਹੀ ਹੈ। ਪੁਰਾਣੇ ਸਮੇਂ ਵਿੱਚ ਕੱਚੇ ਕੋਠਿਆਂ ਦੇ ਵੱਡੇ ਕਮਰੇ, ਜਿਸ ਨੂੰ ਦਲਾਨ ਕਿਹਾ ਜਾਂਦਾ ਸੀ, ਦੀ ਛੱਤ ਪਾਉਣ ਵਾਸਤੇ 2 ਦੂਰ ਕੰਧਾਂ ਦੀ ਦੂਰੀ ਤੋਂ ਵੀ 3-4 ਫੁੱਟ ਹੋਰ ਲੰਬਾ ਕਿਸੇ ਮਜ਼ਬੂਤ ਲੱਕੜੀ ਜਿਵੇਂ ਕਾਲੀ ਟਾਹਲੀ, ਕਿੱਕਰ ਜਾਂ ਫਲਾਹੀ ਦੇ ਰੁੱਖ ਦਾ ਤਣਾ ਸੁਕਾ ਕੇ ਅਤੇ ਉਸ ਨੂੰ ਬਹੁਤ ਸਾਰਿਆਂ ਬਲਵਾਨ ਬੰਦਿਆਂ ਯਾਨੀ ਗੱਭਰੂਆਂ ਦੀ ਮਦਦ ਨਾਲ ਦੂਰੋਂ ਖੇਤਾਂ ਵਿੱਚੋਂ ਛੱਤ ਪਾਉਣ ਵਾਲੇ ਦਲਾਨ ਦੇ ਨੇੜੇ ਲਿਆ ਕੇ ਰੱਸਿਆਂ ਦੀ ਮਦਦ ਨਾਲ ਪਹਿਲੋਂ ਇੱਕ ਸਿਰਾ ਇੱਕ ਕੰਧ ਉੱਤੇ ਚੜ੍ਹਾ ਕੇ ਫਿਰ ਦੂਸਰਾ ਸਿਰਾ ਦੂਸਰੀ ਕੰਧ ਉੱਪਰ ਚੜ੍ਹਾ ਕੇ ਉੱਥੋਂ ਮਜ਼ਬੂਤ ਕੰਧਾਂ ਉੱਤੇ ਫਿੱਟ ਕਰ ਦਿੱਤਾ ਜਾਂਦਾ ਸੀ। ਉਸ ਵੇਲੇ ਇਸ ਮਜ਼ਬੂਤ ਅਤੇ ਵੱਡੇ ਥੀਮ ਨੂੰ ਲੱਕੜੀ ਦੀ ਲਟੈਨ ਕਿਹਾ ਜਾਂਦਾ ਸੀ। ਇੱਥੇ ਕਹੇ ਮੁਤਾਬਕ ਵੱਡੇ ਕਮਰੇ ਤੋਂ ਵੀ ਹੋਰ ਵੱਡੇ ਕਮਰੇ ਉੱਤੇ ਉਸ ਦੇ ਸਾਈਜ਼ ਮੁਤਾਬਕ 2 ਲਟੈਨਾਂ ਵੀ ਬਰਾਬਰ ਪਾਈਆਂ ਜਾਂਦੀਆਂ ਸਨ। ਛੱਤ ਦੇ ਵੱਡੇ ਆਕਾਰ ਤੇ ਜ਼ਿਆਦਾ ਭਾਰ ਦੇ ਖਤਰੇ ਵੇਲੇ ਲਟੈਨਾਂ ਦੇ ਹੇਠਾਂ ਕੱਚੀਆਂ ਕੰਧਾਂ ਦੇ ਅੰਦਰ ਦੋਵੇਂ ਪਾਸੇ ਪੱਕੀਆਂ ਇੱਟਾਂ ਦੇ ਪੀਲ ਪਾਵੇ ਬਣਾ ਦਿੱਤੇ ਜਾਂਦੇ ਸਨ। ਉਨੀ ਦਿਨੀ ਦੂਸਰੀਆਂ ਦੋਵੇਂ ਕੰਧਾਂ ਨੂੰ ਲਟੈਨ ਨਾਲ ਜੋੜਨ ਵਾਸਤੇ ਮਜ਼ਬੂਤ ਲੱਕੜੀ ਦੇ ਹੀ ਟਾਹਣਿਆਂ ਜਾਂ ਤਣਿਆਂ ਦੀ ਲੰਬਾਈ ਕੰਧ ਤੋਂ ਲਟੈਨ ਤੱਕ ਦੀ ਦੂਰੀ ਤੋਂ ਵੱਧ ਚੜ੍ਹਾ ਰੱਖਣ ਵਾਸਤੇ ਰੱਖ ਕੇ ਕੱਟ ਕੇ ਤੋੜੇ ਬਣਾ ਕੇ ਉਸ ਦਾ ਇੱਕ ਪਾਸਾ ਕੰਧ ਉੱਤੇ ਅਤੇ ਦੂਸਰਾ ਪਾਸਾ ਲਟੈਨ ਉੱਤੇ ਰੱਖਿਆ ਜਾਂਦਾ ਸੀ, ਜਿਨ੍ਹਾਂ ਨੂੰ ਲੱਕੜੀ ਦੇ ਤੋੜੇ ਕਿਹਾ ਜਾਂਦਾ ਸੀ। ਤੋੜਿਆਂ ਦੀ ਆਪਸੀ ਦੂਰੀ ਬਾਲਿਆਂ ਦੀ ਲੰਬਾਈ ਤੋਂ ਘੱਟ ਹੋਣੀ ਚਾਹੀਦੀ ਹੈ। ਤੋੜਿਆਂ ਦੀ ਗਿਣਤੀ ਲਟੈਨ ਦੀ ਲੰਬਾਈ ਦੇ ਹਿਸਾਬ ਨਾਲ ਬਾਲਿਆਂ ਦੀ ਲੰਬਾਈ ਮੁਤਾਬਕ ਬਣਦੇ ਖਾਨਿਆਂ ਦੇ ਹਿਸਾਬ ਨਾਲ ਹੁੰਦੀ ਹੈ। ਪਾਸੇ ਵਾਲੇ ਖਾਨੇ ਦੇ ਬਾਲੇ ਦਾ ਇੱਕ ਸਿਰਾ ਤੋੜੇ ਉੱਤੇ ਅਤੇ ਦੂਸਰਾ ਸਿਰਾ ਕੰਧ ਉੱਤੇ ਰੱਖਿਆ ਜਾਂਦਾ। ਉਸ ਪੁਰਾਣੇ ਸਮੇਂ ਵਿੱਚ ਲਟੈਨਾਂ, ਤੋੜਿਆਂ ਅਤੇ ਬਾਲਿਆਂ ਦਾ ਰੂਪ ਆਧੁਨਿਕ ਰੂਪ ਵਾਂਗ ਆਰੇ ਨਾਲ ਚੀਰਵੇਂ, ਚਪਟੇ ਅਤੇ ਸੁੰਦਰ ਨਹੀਂ ਸੀ ਹੁੰਦਾ, ਸਗੋਂ ਸਾਦਾ ਗੋਲ ਹੀ ਹੁੰਦਾ ਸੀ। ਬਾਲਿਆਂ ਉੱਪਰ ਉਸ ਵੇਲੇ ਹੋ ਸਕਦਾ ਹੈ
ਕੱਖ ਕਾਨੇ ਘਾਹ ਜਾਂ ਕਾਨੇ ਪਾ ਕੇ ਉਸ ਉੱਤੇ ਮਿੱਟੀ ਦਾ ਚਾਹਾ ਪਾ ਦਿੱਤਾ ਜਾਂਦਾ ਹੋਵੇਗਾ। ਇਹ ਪੁਰਾਣਾ ਸੱਭਿਆਚਾਰ ਪਿੰਡਾਂ ਵਿੱਚ ਤਾਂ 20ਵੀਂ ਸਦੀ ਦੇ ਸ਼ੁਰੂ ਤੱਕ ਚੱਲਦਾ ਰਿਹਾ ਸੀ। ਇਸ ਵਿੱਚ ਸਿਰਫ ਇਹ ਹੀ ਬਦਲਾਅ ਆਇਆ ਸੀ ਕਿ ਬਾਲਿਆਂ ਉੱਪਰ ਪਾਏ ਜਾਂਦੇ ਕੱਖ ਕਾਨਿਆਂ ਦੀ ਥਾਂ ਕਾਨਿਆਂ ਦੀਆਂ ਬੜੀਆਂ ਸਿਰਕੀਆਂ, ਉਸ ਤੋਂ ਮਗਰੋਂ ਛੱਤ ਦੀ ਸੁੰਦਰਤਾ ਹੋਰ ਵਧਾਉਣ ਵਾਸਤੇ ਕਾਨਿਆਂ ਦੀਆਂ ਉੱਪਰਲੀਆਂ ਤੀਲੀਆਂ ਦੀਆਂ ਸੁੰਦਰ ਸਿਰਕੀਆਂ ਬਣਵਾ ਕੇ ਬਾਲਿਆਂ ਉੱਪਰ ਵਿਛਾ ਕੇ ਤੇ ਉਸ ਦੇ ਬਚਾਅ ਵਾਸਤੇ ਸਿਰਕੀਆਂ ਉੱਤੇ ਹੋਰ ਕੱਖ ਕਾਨੇ ਪਾ ਕੇ ਚਾਹਾ ਪਾਇਆ ਜਾਂਦਾ ਰਿਹਾ ਹੈ। 20ਵੀਂ ਸਦੀ ਦੇ ਸ਼ੁਰੂ ਵਿੱਚ ਮਨੁੱਖ ਨੇ ਹੋਰ ਸੱਭਿਅਕ ਹੋਣ ਤੇ ਪਹਾੜੀ ਰੁੱਖਾਂ ਜਿਵੇਂ ਚੀੜ ਤੇ ਦਿਆਰ ਤੇ ਸੁੱਕੇ ਰੁੱਖੀ ਤਣਿਆਂ ਨੂੰ ਦਰਿਆਈ ਪਾਣੀ ਤੋਂ ਮਦਦ ਲੈ ਕੇ ਮੈਦਾਨੀ ਇਲਾਕੇ ਵਿੱਚ ਲਿਆ ਕੇ ਡੰਗ ਟਪਾ ਕੇ ਦਰਿਆ ਦੇ ਕੰਢੇ ਉੱਤੇ ਹੀ ਉੱਥੇ ਮਸ਼ੀਨੀ ਇੰਜਨਾਂ ਨਾਲ ਚੱਲਣ ਵਾਲੇ ਆਰਿਆਂ ਨਾਲ ਚੀਰ ਕੇ ਸੁੰਦਰ ਸ਼ਤੀਰੀਆਂ ਤੇ ਬਾਲੇ ਬਣਾ ਲਏ ਜਾਣ ਲੱਗ ਪਏ ਸਨ। ਉਸ ਵੇਲੇ ਹੀ ਡਬਲ ਇੱਟਾਂ ਤੇ ਟਾਇਲਾਂ ਵੀ ਹੋਂਦ ਵਿੱਚ ਆ ਗਈਆਂ ਸਨ। ਤਾਂ ਕੀ ਹੋਇਆ? ਪੱਕੀਆਂ ਡਬਲ ਇੱਟਾਂ ਦੀਆਂ ਕੰਧਾਂ ਬਣਾ ਕੇ ਛੱਤ ਵਾਲੀ ਥਾਂ ਚੀਰਵੀਆਂ ਪਹਾੜੀ ਲੱਕੜੀ ਦੀਆਂ ਸੁੰਦਰ ਸ਼ਤੀਰੀਆਂ ਤੇ ਬਾਲੇ ਰੱਖ ਕੇ ਸਿਰਕੀਆਂ ਦੀ ਥਾਂ ਪੱਕੀਆਂ ਟਾਇਲਾਂ ਚਿਣ ਕੇ ਟਾਇਲਾਂ ਦੇ ਜੋੜਾਂ ਨੂੰ ਸੀਮੈਂਟ ਦੀ ਟੀਪ ਕਰਕੇ ਉੱਤੇ ਚਾਹਾ ਪਾ ਕੇ ਸੁੰਦਰ ਛੱਤਾਂ ਹੋਂਦ ਵਿੱਚ ਆ ਗਈਆਂ ਸਨ। ਇਹਨਾਂ ਛੱਤਾਂ ਵਿੱਚ ਚੀਰਵੀਆਂ ਸ਼ਤੀਰੀਆਂ ਦੀ ਆਪਸੀ ਦੂਰੀ, ਚੀਰਵੇਂ ਵਾਲਿਆਂ ਦੀ ਲੰਬਾਈ ਤੇ ਵਾਲਿਆਂ ਦੀ ਆਪਸੀ ਦੂਰੀ ਟਾਇਲਾਂ ਦੀ ਲੰਬਾਈ ਮੁਤਾਬਕ 9 ਇੰਚ ਤੱਕ ਰੱਖੀ ਜਾਂਦੀ ਸੀ। ਇਸੇ ਸਮੇਂ ਵੇਲੇ ਤਰੱਕੀ ਨੇ ਅੱਗੇ ਵੱਲ ਹੋਰ ਕਦਮ ਪੁੱਟਿਆ। ਉਹ ਇਹ ਕਿ ਲੋਹੇ ਦੇ ਗਾਡਰ ਤੇ ਟੀਆਰ ਹੋਂਦ ਵਿੱਚ ਆ ਗਏ ਸੀ। ਤਦ ਗਾਡਰਾਂ ਨੇ ਸ਼ਤੀਰੀਆਂ ਦੀ ਤੇ ਟੀਆਰ ਨੇ ਬਾਲਿਆਂ ਦੀ ਥਾਂ ਸੰਭਾਲ ਕੇ ਉਹਨਾਂ ਨੂੰ ਵਿਹਲਿਆਂ ਕਰ ਦਿੱਤਾ, ਜਿਸ ਨਾਲ ਛੱਤਾਂ ਦੀ ਅੰਦਰਲੀ ਸੁੰਦਰਤਾ ਤੇ ਇਕਸਾਰਤਾ ਹੀ ਨਹੀਂ ਸੀ ਵਧੀ, ਸਗੋਂ ਘਰੇਲੂ ਚਿੜੀਆਂ ਨੂੰ ਆਲਣਾ ਬਣਾਉਣ ਵਾਸਤੇ ਥਾਂ ਦੇਣ ਤੋਂ ਵੀ ਜਵਾਬ ਮਿਲ ਗਿਆ ਸੀ। ਘਰਾਂ ਦੀ ਰੌਣਕ ਚਿੜੀਆਂ, ਸ਼ਤੀਰੀਆਂ, ਤੋੜਿਆਂ ਤੇ ਲਟੈਣਾਂ ਦੇ ਉੱਪਰ ਖਾਲੀ ਥਾਂ ਦੇਖ ਕੇ ਆਂਡੇ ਦੇਣ ਤੇ ਸੁਰੱਖਿਅਤ ਬੱਚੇ ਪਾਲਣ ਵਾਸਤੇ ਘਰਾਂ ਦੇ ਅੰਦਰ ਹੀ ਆਲਣੇ ਬਣਾ ਲੈਂਦੀਆਂ ਹੁੰਦੀਆਂ ਸਨ। ਇਸੇ ਸਮੇਂ ਵੇਲੇ ਕਮਰਿਆਂ ਦੀਆਂ ਛੱਤਾਂ ਦੇ ਅੱਗੇ ਬਾਦਰੇ ਬਣਾਉਣ ਵਾਸਤੇ ਲੰਬੇ ਗਾਡਰ ਖਰੀਦ ਕੇ ਪਾਉਂਦੇ ਹੁੰਦੇ ਸਨ ਤੇ ਛੱਤਾਂ ਦੇ ਬਨੇਰਿਆਂ ਉੱਪਰ ਸੁੰਦਰ ਜੰਗਲੇ ਬਣਨੇ ਸ਼ੁਰੂ ਹੋ ਗਏ ਸਨ ਤੇ ਹੁਣ ਲੱਕੜੀ ਤੇ ਬਾਂਸ ਦੀਆਂ ਪੌੜੀਆਂ ਦੀ ਥਾਂ ਪੱਕੀਆਂ ਪੌੜੀਆਂ ਨੇ ਸੰਭਾਲ ਲਈ ਸੀ ਅਤੇ ਕਮਰਿਆਂ ਤੇ ਬਰਾਂਡਿਆਂ ਵਿੱਚ ਕਈ ਕਿਸਮਾਂ ਦੀਆਂ ਫਰਸ਼ਾਂ ਲੱਗਣ ਲੱਗ ਪਈਆਂ ਸਨ। ਪਹਾੜੀ ਲੱਕੜੀ ਨੂੰ ਦਰਿਆਈ ਪਾਣੀ ਦੀ ਮਦਦ ਨਾਲ ਲਿਆਉਣ ਦੀ ਵਿਧੀ ਹੋ ਸਕਦਾ ਹੈ ਕਿ ਪੰਜਾਬ ਦੇ ਸਾਰੇ ਦਰਿਆਵਾਂ ਵਿੱਚ ਵੀ ਹੋਵੇਗੀ, ਪਰ ਦੁਆਬੇ ਵਾਸਤੇ ਇਮਾਰਤੀ ਲੱਕੜੀ ਦੀ ਲੋੜ ਪੂਰੀ ਕਰਨ ਵਾਸਤੇ ਪਹਾੜੀ ਲੱਕੜੀ ਨੂੰ ਦਰਿਆ ਬਿਆਸ ਦੇ ਪਾਣੀ ਦੀ ਮਦਦ ਨਾਲ ਢਿਲਵਾਂ ਵਿਖੇ ਲਿਆਉਂਦੇ ਸਨ। ਉੱਥੇ ਪਹਾੜੀ ਲੱਕੜ ਦੇ ਬਹੁਤ ਵੱਡੇ ਭੰਡਾਰ ਹੁੰਦੇ ਸਨ। ਦੂਰੋਂ ਦੂਰੋਂ ਲੋੜਵੰਦ ਆਪਣੇ ਗੱਡੇ ਉੱਥੇ ਲਿਆ ਕੇ ਲੱਕੜੀ ਲੈ ਜਾਂਦੇ ਹੁੰਦੇ ਸਨ। ਇਹ ਸਭ ਕੁਝ ਹੁਣ ਅਲੋਪ ਹੋ ਚੁੱਕਿਆ ਹੈ। ਹੁਣ ਪਹਾੜੀ ਲੱਕੜੀ ਟਰੱਕਾਂ ਰਾਹੀਂ ਆਉਣ ਲੱਗ ਪਈ ਹੈ। 1980-85 ਈਸਵੀ ਵੇਲੇ ਮਕਾਨਾਂ ਦੀਆਂ ਛੱਤਾਂ ਵਿੱਚ ਲੋਹੇ ਦੇ ਬਣੇ ਗਾਡਰ ਤੇ ਲੱਕੜੀ ਦੇ ਬਾਲਿਆਂ ਦੀ ਵਰਤੋਂ ਵੀ ਹੋਣ ਲੱਗ ਪਈ ਸੀ, ਪਰ ਉਸੇ ਹੀ ਸਮੇਂ ਵਿੱਚ ਲੈਂਟਰ ਦੀ ਕਾਢ ਵੀ ਹੋਂਦ ਵਿੱਚ ਆ ਗਈ ਸੀ, ਜੋ ਛੱਤਾਂ ਬਾਰੇ ਲੰਮੀ ਉਮਰ ਦੀ ਗਰੰਟੀ, ਮਜ਼ਬੂਤੀ ਤੇ ਸੁੰਦਰਤਾ ਵੀ ਸੀ। ਤੇ ਇਸੇ ਹੀ ਸਮੇਂ ਵਿੱਚ ਮਕਾਨ ਸੱਭਿਆਚਾਰ ਵਿੱਚ ਹੋਰ ਵੀ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ। ਜਿਵੇਂ ਪੱਕੀਆਂ ਡਬਲ ਇੱਟਾਂ ਨਾਲ ਉਸਾਰੀਆਂ ਜਾਂਦੀਆਂ ਕੰਧਾਂ ਵੀ ਹੁਣ ਮਿੱਟੀ ਦੇ ਗਾਰੇ ਦੀ ਥਾਂ ਸੀਮੈਂਟ ਤੇ ਰੇਤ ਨਾਲ ਉਸਾਰੀਆਂ ਜਾਣ ਲੱਗੀਆਂ ਹਨ। ਮਕਾਨ ਸੱਭਿਆਚਾਰ ਵਿੱਚ ਛੱਤਾਂ ਦਾ ਆਧੁਨਿਕ ਤੇ ਮੌਜੂਦਾ ਮਾਡਲ। ਮੌਜੂਦਾ ਸਮੇਂ ਵਿੱਚ ਇਹੀ ਦੇਖਣ ਨੂੰ ਮਿਲ ਰਿਹਾ ਕਿ ਹਰ ਮਕਾਨ ਦੀ ਛੱਤ ਦਾ ਮੌਜੂਦਾ ਮਾਡਲ ਲੈਂਟਰ ਹੀ ਹੈ। ਲੈਂਟਰ ਪਾਉਣ ਵਾਸਤੇ ਕਮਰੇ ਦੀਆਂ ਕੰਧਾਂ ਜਦੋਂ ਛੱਤ ਤੱਕ ਪਹੁੰਚ ਜਾਂਦੀਆਂ ਹਨ, ਤਦ ਮਿਸਤਰੀ ਲੱਕੜੀ ਦੇ ਫੱਟੇ, ਬੱਲੀਆਂ ਤੇ ਕਾਲਬ ਕਰਨ ਦਾ ਸਾਰਾ ਸਮਾਨ ਮੰਗਵਾ ਕੇ ਇੱਟਾਂ ਦੀਆਂ ਘੋੜੀਆਂ ਬਣਾ ਕੇ ਪਹਿਲਾਂ ਜ਼ਰੂਰੀ ਬੀਮ ਬਣਾਉਣ ਵਾਲੇ ਬਣੇ ਹੋਏ ਲੋਹੇ ਦੇ ਮੋਟੇ ਸਰੀਏ ਦੇ ਜਾਲ ਪਿਲਰਾਂ ਉੱਤੇ ਰੱਖਦਾ। ਉਸ ਤੋਂ ਮਗਰੋਂ ਛੱਤ ਵਾਲਾ ਜਾਲ ਕੀਤੇ ਕਾਲਬ ਉੱਤੇ ਵਿਛਾ ਕੇ ਸਾਰੇ ਜ਼ਰੂਰੀ ਕੰਮ ਖਤਮ ਕਰਕੇ ਸੀਮੈਂਟ, ਬਜਰੀ ਤੇ ਰੇਤ ਦਾ ਬਣਿਆ ਘੋਲਿਆ ਹੋਇਆ ਘੋਲ ਕਾਲਬਾਂ ਉੱਤੇ ਪੱਧਰੀ ਵਿਛਾਈ ਹੋਈ ਰੇਤ ਦੇ ਉੱਪਰ ਤੋਂ ਲੈ ਕੇ ਸਰੀਏ ਦੇ ਜਾਲ ਦੇ ਉੱਤੋਂ ਤੱਕ ਦੀ ਮੋਟਾਈ ਵਿੱਚ ਵਿਛਾ ਦਿੰਦਾ ਤੇ ਉੱਪਰੋਂ ਉਸ ਨੂੰ ਕਾਂਡੀ ਨਾਲ ਪੱਧਰਾ ਕਰ ਦਿੰਦਾ। ਜਦੋਂ ਲੈਂਟਰ ਅੱਠਰ ਜਾਂਦਾ ਤਦ ਉਸ ਉੱਤੇ ਥੋੜ੍ਹੀ ਜਿਹੀ ਰੇਤ ਵਿਛਾ ਕੇ ਤੇ ਬਾਰਿਸ਼ ਦੇ ਪਾਣੀ ਦੇ ਨਿਕਾਸ ਦਾ ਖਿਆਲ ਰੱਖ ਕੇ ਛੱਤ ਦੇ ਉੱਪਰ ਟਾਇਲ ਵਿਛਾ ਕੇ ਜੋੜਾਂ ਉੱਤੇ ਟੀਪ ਕਰਕੇ ਜਾਂ ਸੀਮੈਂਟ ਦਾ ਘੋਲ ਟਾਇਲਾਂ ਦੇ ਜੋੜਾਂ ਵਿੱਚ ਪਾ ਦਿੱਤਾ ਜਾਂਦਾ ਹੈ। ਉਸ ਤੋਂ ਮਗਰੋਂ ਲੈਂਟਰ ਪਾਉਣ ਦੀ ਤਰੀਕ ਤੋਂ ਲੈ ਕੇ ਕਮਰੇ ਦੇ ਆਕਾਰ ਦੇ ਮੁਤਾਬਕ ਲੈਂਟਰ ਚੰਗੀ ਤਰ੍ਹਾਂ ਜੰਮ ਜਾਣ ਤੇ ਸੈੱਟ ਹੋ ਜਾਣ ਤੱਕ ਤੋਂ ਮਗਰੋਂ ਛੱਤ ਹੇਠਾਂ ਕੀਤੇ ਕਾਲਬ ਖੋਲ੍ਹ ਦਿੱਤੇ ਜਾਂਦੇ ਹਨ। ਉਸ ਤੋਂ ਮਗਰੋਂ ਕਮਰੇ ਨੂੰ ਪਲਸਤਰ ਕਰਨ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਬਿਜਲੀ ਦੀ ਫਿਟਿੰਗ ਕਰਨ ਵਾਸਤੇ ਲੈਂਟਰ ਪੈਣ ਤੋਂ ਪਹਿਲਾਂ ਹੀ ਪੱਖਿਆਂ ਤੇ ਲਾਈਟਾਂ ਦਾ ਖਿਆਲ ਰੱਖ ਕੇ ਲੋਹੇ ਦੇ ਸਰੀਏ ਦੇ ਬਣੇ ਜਾਲ ਵਿੱਚ ਹੀ ਪਲਾਸਟਿਕ ਦੇ ਪਾਈਪ ਰੱਖ ਦਿੱਤੇ ਜਾਂਦੇ ਹਨ। ਉਸ ਤੋਂ ਮਗਰੋਂ ਬਨੇਰੇ ਬੰਨਣੇ, ਪਰਨਾਲਾ, ਬਿਜਲੀ ਫਿਟਿੰਗ, ਫਰਸ਼, ਲੱਕੜ ਦੀਆਂ ਖਿੜਕੀਆਂ, ਦਰਵਾਜ਼ੇ ਤੇ ਰੰਗ ਕਰਨ ਦੀ ਵਾਰੀ ਆ ਜਾਂਦੀ ਹੈ। ਮਕਾਨ ਦੀਆਂ ਛੱਤਾਂ ਦਾ ਇੱਕ ਹੋਰ ਲੈਂਟਰ ਸੱਭਿਆਚਾਰ ਹੋਂਦ ਵਿੱਚ ਆਇਆ ਹੈ। ਉਹ ਇਹ ਹੈ ਕਿ ਲੈਂਟਰ ਪਾਉਣ ਵਾਸਤੇ ਬਣਾਏ ਮੋਟੇ ਸਰੀਏ ਦੇ ਜਾਲ ਦੇ ਹੇਠਾਂ ਪਹਿਲਾਂ ਕਹੇ ਗਏ ਲੱਕੜੀ ਦੇ ਫੱਟਿਆਂ ਦੇ ਸ਼ਤੀਰੀਆਂ ਗਾਡਰਾਂ ਨਾਲ ਕੀਤੇ ਜਾਨੀ ਬਣਾਏ ਗਏ ਕਾਲਬ ਦੀ ਥਾਂ ਤੇ ਲੋਹੇ ਦੀ ਚਾਦਰ ਦੇ ਬਰਾਬਰ ਕੱਟੇ ਹੋਏ ਟੁਕੜਿਆਂ ਨੂੰ ਕਾਲਬ ਵਾਲੀ ਥਾਂ ਉਹਨਾਂ ਹੇਠਾਂ ਲੱਕੜੀਆਂ ਦੀਆਂ ਜ਼ਿਆਦਾ ਬੱਲੀਆਂ ਖੜੀਆਂ ਕਰਕੇ ਸਹਾਰੇ ਦੇ ਕੇ ਬਣਾਏ ਲੋਹੇ ਦੀ ਚਾਦਰ ਦੇ ਟੁਕੜਿਆਂ ਦਾ ਕਾਲਬ ਬਣਾ ਕੇ ਤੇ ਉੱਤੇ ਲੋਹੇ ਦੇ ਮੋਟੇ ਸਰੀਏ ਦਾ ਜਾਲ ਵਿਛਾ ਕੇ ਪਹਿਲੋਂ ਕਹੇ ਗਏ ਮੁਤਾਬਕ ਸੀਮੈਂਟ, ਬਜਰੀ ਤੇ ਰੇਤ ਦਾ ਘੋਲ ਪਾਇਆ ਜਾਂਦਾ ਹੈ।
ਇਸ ਕਾਲਬ ਨੂੰ ਵੀ ਕਈ ਦਿਨਾਂ ਮਗਰੋਂ ਖੁੱਲ੍ਹਣਾ ਹੁੰਦਾ ਹੈ। ਇਹ ਲੈਂਟਰ ਸੱਭਿਆਚਾਰ ਕਿੰਨਾ ਕੁ ਸਫਲ ਹੋਵੇਗਾ ਇਹ ਤਾਂ ਭਵਿੱਖ ਦੇ ਦਿਨਾਂ 'ਚ ਪੂਰਾ ਪਤਾ ਲੱਗੂਗਾ। ਇਸ ਤੋਂ ਪਹਿਲਾਂ ਦਾ ਛੱਤ ਸੱਭਿਆਚਾਰ ਹੁਣ ਤਾਂ ਲਗਭਗ ਅਲੋਪ ਹੋ ਚੁੱਕਿਆ ਜਾਂ ਅਲੋਪ ਹੋਣ ਦੇ ਕਿਨਾਰੇ 'ਤੇ ਹੈ। ਕੱਚੇ ਕੋਠਿਆਂ ਦੇ ਅੰਦਰਲਾ ਜੁਗਾੜ ਸੱਭਿਆਚਾਰ। ਕੱਚੇ ਕੋਠਿਆਂ ਦੇ ਵੇਲੇ ਬਜ਼ੁਰਗਾਂ ਨੇ ਘਰੇਲੂ ਸਮਾਨ ਸੰਭਾਲਣ ਵਾਸਤੇ ਕਈ ਬੰਦੋਬਸਤ ਕੀਤੇ ਹੋਏ ਹੁੰਦੇ ਸਨ। ਜਿਵੇਂ ਮੌਜੂਦਾ ਦੌਰ ਵਿੱਚ ਸਾਲ ਭਰ ਦੇ ਪਰਿਵਾਰਕ ਭੋਜਨ ਵਾਸਤੇ ਕਣਕ ਦੇ ਦਾਣਿਆਂ ਦੀਆਂ ਕੁਝ ਬੋਰੀਆਂ ਵਿੱਚ ਦਾਣੇ ਸੰਭਾਲਣ ਵਾਸਤੇ ਲੋਹੇ ਦੀ ਚਾਦਰ ਦਾ ਗੋਲ ਡਰਮ ਬਣਵਾ ਕੇ ਕਮਰੇ ਦੇ ਵਿੱਚ ਖੂੰਜੇ ਵਿੱਚ ਰੱਖਿਆ ਹੋਇਆ ਹੁੰਦਾ ਹੈ। ਉਸ ਵਿੱਚੋਂ ਲੋੜ ਮੁਤਾਬਕ ਦਾਣੇ ਕੱਢ ਕੇ ਆਟਾ ਪਿਆ ਲਿਆ ਜਾਂਦਾ ਹੈ। ਇਸੇ ਤਰ੍ਹਾਂ ਕੱਪੜਾ ਲੀੜਾ ਸੰਭਾਲਣ ਵਾਸਤੇ ਪਹਿਲੋਂ ਸੰਦੂਕ ਹੁੰਦੇ ਸਨ ਜੋ ਲੱਕੜੀ ਦੇ ਬਣੇ ਹੋਏ ਹੁੰਦੇ ਸਨ। ਫਿਰ ਲੋਹੇ ਦੀ ਚਾਦਰ ਦੀਆਂ ਪੇਟੀਆਂ ਦਾ ਰਿਵਾਜ ਆ ਗਿਆ ਸੀ। ਉਸ ਤੋਂ ਮਗਰੋਂ ਲੋਹੇ ਦੀਆਂ ਅਲਮਾਰੀਆਂ ਸ਼ੁਰੂ ਹੋ ਗਈਆਂ ਜੋ ਹੁਣ ਵੀ ਹਨ। ਉਸ ਤੋਂ ਪਿੱਛੋਂ ਫਿਰ ਐਸੇ ਡਬਲ ਬੈੱਡ ਬਣ ਲੱਗ ਪਏ ਜੋ ਕਾਫੀ ਕੱਪੜਾ ਲੀੜਾ ਸੰਭਾਲ ਲੈਂਦੇ ਹਨ, ਜਿਨ੍ਹਾਂ ਨੂੰ ਸੰਦੂਕੀ ਡਬਲ ਬੈੱਡ ਕਹਿੰਦੇ ਹਨ। ਇਸੇ ਤਰ੍ਹਾਂ ਘਰੇਲੂ ਬਰਤਨ ਸੰਭਾਲਣ ਵਾਸਤੇ ਸਵਾਣੀਆਂ ਨੇ ਰਸੋਈਆਂ ਦੇ ਅੰਦਰ ਹੀ ਬਹੁਤ ਸੁੰਦਰ ਅਤੇ ਕਈ ਕਿਸਮਾਂ ਦੀਆਂ ਸ਼ੈਲਫਾਂ ਅਤੇ ਉਹਨਾਂ ਦੇ ਹੇਠਾਂ ਢੱਕਣਾਂ ਵਾਲੇ ਵੱਖ-ਵੱਖ ਖਾਨੇ ਬਣਵਾਏ ਹੁੰਦੇ ਹਨ ਜੋ ਮੌਜੂਦਾ ਸੱਭਿਆਚਾਰ ਦਾ ਹਿੱਸਾ ਹਨ। ਕੱਚੀਆਂ ਕੋਠੀਆਂ। ਪੁਰਾਣੇ ਸਮੇਂ ਵਿੱਚ ਕੋਠੀਆਂ ਅਤੇ ਕੋਠੜੀਆਂ ਦੋ ਸ਼ਬਦ ਵੱਖ-ਵੱਖ ਅਰਥ ਵਾਲੇ ਹੁੰਦੇ ਸਨ। ਜਿਵੇਂ ਕੋਠਾ ਕਿਸੇ ਕੱਚੇ ਮਕਾਨ ਨੂੰ ਕਹਿੰਦੇ ਸਨ, ਕੋਠੜੀ ਸ਼ਬਦ ਘਰ ਦੇ ਪਿਛਲੇ ਛੋਟੇ ਅਤੇ ਕੱਚੇ ਕਮਰੇ ਨੂੰ ਕਿਹਾ ਜਾਂਦਾ ਸੀ। ਕੋਠੜੀ ਤੋਂ ਅਗਲੇ ਅਤੇ ਵੱਡੇ ਕੱਚੇ ਕਮਰੇ ਨੂੰ ਦਲਾਨ ਕਿਹਾ ਜਾਂਦਾ ਸੀ। ਸਰਦੀਆਂ ਦੇ ਮੌਸਮ ਵਿੱਚ ਰਾਤ ਵੇਲੇ ਪਸ਼ੂਆਂ ਨੂੰ ਅੰਦਰ ਬੰਨ੍ਹਣ ਵਾਲੇ ਕੱਚੇ ਕਮਰੇ ਨੂੰ ਵੇਲੀ ਜਾਂ ਪਸ਼ੂਆਂ ਵਾਲਾ ਕੋਠਾ ਕਿਹਾ ਜਾਂਦਾ ਸੀ ਅਤੇ ਸਾਰਾ ਸਾਲ ਦੇ ਖਾਣ ਵਾਸਤੇ ਕਣਕ, ਮੱਕੀ, ਬਾਜਰਾ ਜਾਂ ਛੋਲਿਆਂ ਦੇ ਦਾਣੇ ਸੰਭਾਲਣ ਵਾਸਤੇ ਵੱਖ-ਵੱਖ ਹਿੱਸਿਆਂ ਵਾਲੀਆਂ ਅੰਦਰਲੀ ਕੰਧ ਦੇ ਨਾਲ ਕੱਚੀ ਕੋਠੀ ਬਣਾਈ ਹੁੰਦੀ ਸੀ, ਜਿਸ ਨੂੰ ਬਣਾਉਣ ਦਾ ਪੇਂਡੂ ਔਰਤਾਂ ਦੇ ਹੱਥਾਂ ਦਾ ਹੁਨਰ ਵੀ ਕਮਾਲ ਦਾ ਹੁੰਦਾ ਸੀ। ਕੱਚੀ ਕੋਠੀ ਦਾ ਸਰੂਪ ਅਤੇ ਬਣਤਰ। ਪੁਰਾਣੇ ਸਮੇਂ ਵਿੱਚ ਵਿੱਦਿਆ ਦਾ ਪਸਾਰ ਘੱਟ ਹੋਣ ਤੇ ਸਕੂਲਾਂ ਵਿੱਚ ਪੇਂਡੂ ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ ਨਾ ਮਾਤਰ ਹੁੰਦਾ ਸੀ। ਭਾਵੇਂ ਪੇਂਡੂ ਔਰਤਾਂ ਅਨਪੜ੍ਹ ਹੀ ਹੁੰਦੀਆਂ ਸਨ, ਫਿਰ ਵੀ ਸੋਚ ਤੇ ਹੱਥਾਂ ਵਿੱਚ ਕਲਾ ਹੋਣ ਕਰਕੇ ਉਹ ਹੁਨਰਮੰਦ ਹੁੰਦੀਆਂ ਸਨ। ਉਹ ਅੱਜ ਕੱਲ੍ਹ ਦੀਆਂ ਔਰਤਾਂ ਤੋਂ ਅਨਪੜ੍ਹ ਹੁੰਦੀਆਂ ਹੋਈਆਂ ਵੀ ਕਿਸੇ ਵੀ ਪੱਖ ਵਿੱਚ ਘੱਟ ਸਮਝਦਾਰ ਨਹੀਂ ਸਨ। ਪੇਂਡੂ ਕੁੜੀਆਂ ਲਗਭਗ 1955 ਤੋਂ 1960 ਈਸਵੀ ਦੇ ਨੇੜੇ ਤੇੜੇ ਸਕੂਲਾਂ ਵਿੱਚ ਪੜ੍ਹਾਈ ਵਾਸਤੇ ਦਾਖਲ ਹੋਣ ਲੱਗੀਆਂ ਸਨ। ਇਸ ਤੋਂ ਪਹਿਲਾਂ ਵਿੱਦਿਆ ਪ੍ਰਾਪਤ ਕਰਨ ਦੀਆਂ ਚਾਹਵਾਨ ਲੜਕੀਆਂ ਗੁਰਦੁਆਰਿਆਂ ਜਾਂ ਘਰਾਂ ਵਿੱਚ ਹੀ ਪੰਜਾਬੀ ਪੜ੍ਹਨੀ ਅਤੇ ਲਿਖਣੀ ਸਿੱਖ ਲੈਂਦੀਆਂ ਸਨ। ਉਸ ਵੇਲੇ ਪੇਂਡੂ ਔਰਤਾਂ ਚੀਕਣੀ ਮਿੱਟੀ ਆਪ ਹੀ ਲਿਆ ਜਾਂ ਮੰਗਵਾ ਕੇ ਉਸ ਵਿੱਚ ਤੂੜੀ ਮਿਲਾਉਂਦੀਆਂ ਹੁੰਦੀਆਂ, ਜਿਸ ਨੂੰ ਤੂੜੀ ਮਿੱਟੀ ਕਹਿੰਦੇ ਸਨ। ਉਸ ਵਿੱਚ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਗੁੰਨਿਆ ਜਾਂਦਾ ਸੀ। ਦਾਣੇ ਸੰਭਾਲਣ ਲਈ ਕੋਠੀ ਬਣਾਉਣ ਵਾਸਤੇ ਥਾਂ ਦੀ ਚੋਣ ਕੋਠੇ ਦੇ ਅੰਦਰ ਕਿਸੇ ਸੁਰੱਖਿਅਤ ਕੰਧ ਦੇ ਨਾਲ ਕੀਤੀ ਜਾਂਦੀ। ਗੁੰਨੀ ਹੋਈ ਤੂੜੀ ਮਿੱਟੀ ਨੂੰ ਉੱਥੇ ਲੈ ਜਾ ਕੇ ਕੋਠੀ ਦੇ ਆਕਾਰ ਮੁਤਾਬਕ ਉਸ ਦੇ ਹੇਠਾਂ ਉਸ ਦਾ ਭਾਰ ਚੁੱਕਣ ਵਾਸਤੇ ਪਹਿਲੋਂ 1.5 ਤੋਂ 2 ਫੁੱਟ ਉੱਚੇ ਠੁੰਮਣੇ ਥੋੜ੍ਹੀ ਦੂਰੀ 'ਤੇ ਬਣਾਏ ਜਾਂਦੇ ਸਨ। ਫਿਰ ਉਹਨਾਂ ਠੁੰਮਣਿਆਂ ਦੇ ਉੱਤੇ ਮਜ਼ਬੂਤ ਛੋਟੇ ਡੰਡੇ ਰੱਖ ਕੇ ਉਹਨਾਂ ਨੂੰ ਹੇਠੋਂ ਤੇ ਉੱਪਰੋਂ ਤੂੜੀ ਮਿੱਟੀ ਨਾਲ ਚੰਗੀ ਤਰ੍ਹਾਂ ਲਿਪਿਆ ਜਾਂਦਾ ਸੀ। ਇਹ ਮਜ਼ਬੂਤ ਡੰਡੇ ਹੀ ਕੋਠੀ ਵਿਚਲੇ ਅਨਾਜ ਦਾ ਭਾਰ ਚੁੱਕਦੇ ਹੁੰਦੇ ਸਨ। ਮਜ਼ਬੂਤ ਡੰਡਿਆਂ ਦੇ ਬਣੇ ਇਸ ਬੇਸ ਦੇ ਉੱਤੇ ਕਮਰਿਆਂ ਵਾਂਗੂ ਹੀ ਇੱਟਾਂ ਦੀ ਥਾਂ ਤੂੜੀ ਮਿੱਟੀ ਦੀਆਂ ਕੰਧਾਂ ਉਸਾਰੀਆਂ ਜਾਂਦੀਆਂ ਸਨ। ਅਗਲੇ ਪਾਸੇ ਬਣੇ ਪਰਦਿਆਂ ਵਿੱਚ ਲੱਕੜੀ ਦੇ ਬਣੇ ਬੰਦ ਹੋਣ ਤੇ ਖੁੱਲ੍ਹਣ ਵਾਲੀਆਂ 2 ਤਾਕੀਆਂ ਦੇ ਢੱਕਣ ਵਾਲੇ ਫਰੇਮ ਫਿੱਟ ਕੀਤੇ ਜਾਂਦੇ ਸਨ, ਜਿੱਥੋਂ ਦੀ ਕੋਠੀ ਵਿੱਚ ਅਨਾਜ ਅੰਦਰ ਰੱਖਿਆ ਤੇ ਬਾਹਰ ਕੱਢਿਆ ਜਾਂਦਾ ਸੀ। ਲੋੜ ਮੁਤਾਬਕ ਕੋਠੀ ਦੀਆਂ ਉੱਚੀਆਂ ਕੰਧਾਂ ਤੂੜੀ ਮਿੱਟੀ ਨਾਲ ਉਸਾਰ ਕੇ ਉਸ ਉੱਤੇ ਫਿਰ ਮਜ਼ਬੂਤ ਡੰਡਿਆਂ ਨੂੰ ਰੱਖ ਕੇ ਤੂੜੀ ਮਿੱਟੀ ਨਾਲ ਹੀ ਹੇਠੋਂ ਤੇ ਉੱਪਰੋਂ ਵੀ ਚੰਗੀ ਤਰ੍ਹਾਂ ਲਿਪਿਆ ਜਾਂਦਾ ਸੀ। ਕੋਠੀ ਦੀ ਛੱਤ ਮਜ਼ਬੂਤ ਬਣਾਈ ਜਾਂਦੀ ਸੀ। ਕੋਠੀ ਦੇ ਚੰਗੀ ਤਰ੍ਹਾਂ ਸੁੱਕ ਜਾਣ ਤੋਂ ਮਗਰੋਂ ਫਿਰ ਚੀਕਣੀ ਮਿੱਟੀ ਨਾਲ ਕੋਠੀ ਨੂੰ ਅੰਦਰੋਂ ਤੇ ਬਾਹਰੋਂ ਚੰਗੀ ਤਰ੍ਹਾਂ ਨਾਲ ਲਿਪਣ ਤੋਂ ਮਗਰੋਂ ਉਸ ਨੂੰ ਸੁਕਾ ਕੇ ਚਿੱਟੇ ਰੰਗ ਦੀ ਪੋਚਾ ਮਿੱਟੀ ਨੂੰ ਪਾਣੀ ਵਿੱਚ ਘੋਲ ਕੇ ਪੋਚਾ ਮਾਰਿਆ ਜਾਂਦਾ ਸੀ, ਜੋ ਸਫੈਦੀ ਕਲੀ ਕੀਤੇ ਵਾਂਗੂ ਕੋਠੀ ਨੂੰ ਚਮਕਾ ਦਿੰਦੀ ਸੀ। ਫਿਰ ਕੋਠੀ ਚੰਗੀ ਤਰ੍ਹਾਂ ਸੁੱਕਣ ਤੋਂ ਮਗਰੋਂ ਅਨਾਜ ਸੰਭਾਲਣ ਯੋਗ ਤਿਆਰ ਹੋ ਜਾਂਦੀ ਸੀ। ਉਸ ਦੇ ਵੱਖ-ਵੱਖ ਖਾਨਿਆਂ ਵਿੱਚ ਮਰਜ਼ੀ ਮੁਤਾਬਕ ਕਣਕ, ਮੱਕੀ, ਛੋਲੇ ਤੇ ਬਾਜਰਾ ਰੱਖ ਦਿੱਤਾ ਜਾਂਦਾ ਸੀ ਤੇ ਉਹੀ ਅਨਾਜ ਸਾਰਾ ਸਾਲ ਵਰਤਿਆ ਜਾਂਦਾ ਸੀ। ਕੋਠੀ ਸਿਰਫ ਅਨਾਜ ਹੀ ਨਹੀਂ ਸੰਭਾਲਦੀ ਸੀ, ਸਗੋਂ ਸੰਦੂਖ ਨਾ ਰੱਖਣ ਵਾਲੇ ਗਰੀਬ ਉਸ ਵਿੱਚ ਕੱਪੜੇ ਲੀੜੇ ਵੀ ਰੱਖ ਲੈਂਦੇ ਸਨ ਅਤੇ ਉਸ ਦੇ ਹੇਠਾਂ ਤੇ ਉੱਤੇ ਵੀ ਵਾਧੂ ਘਾਟ ਜ਼ਰੂਰੀ ਸਮਾਨ ਵੀ ਰੱਖਿਆ ਜਾ ਸਕਦਾ ਸੀ। ਕੋਠੀ ਚੀਕਣੀ ਤੇ ਗੁੰਨੀ ਹੋਈ ਮਿੱਟੀ ਤੇ ਤੂੜੀ ਦੀ ਮਿਲਾਵਟ ਨਾਲ ਬਣੀ ਹੋਣ ਕਰਕੇ ਬਹੁਤ ਹੀ ਮਜ਼ਬੂਤ ਹੁੰਦੀ ਸੀ ਤੇ ਕਾਫੀ ਭਾਰ ਚੁੱਕਣ ਦੇ ਸਮਰੱਥ ਹੁੰਦੀ ਸੀ। ਤੂੜੀ ਤੇ ਚੀਕਣੀ ਮਿੱਟੀ ਨਾਲ ਬਣਨ ਵਾਲਾ ਹੋਰ ਘਰੇਲੂ ਸਮਾਨ। ਪੁਰਾਣੇ ਸਮੇਂ ਵੇਲੇ ਜਦੋਂ ਸੀਮੈਂਟ ਦੀ ਕਾਢ ਨਹੀਂ ਨਿਕਲੀ ਸੀ, ਉਸ ਵਕਤ ਬਜ਼ੁਰਗ ਸਵਾਣੀਆਂ ਚੀਕਣੀ ਮਿੱਟੀ ਤੋਂ ਹੀ ਸੀਮੈਂਟ ਵਾਂਗੂ ਕੰਮ ਲੈ ਲੈਂਦੀਆਂ ਸਨ। ਹੋਰ ਪਕਿਆਈ ਵਾਸਤੇ ਉਸ ਵਿੱਚ ਤੂੜੀ ਦੀ ਮਿਲਾਵਟ ਕਰਕੇ ਤੇ ਚੰਗੀ ਤਰ੍ਹਾਂ ਗੁੰਨ ਕੇ ਮਜ਼ਬੂਤ ਤੋਂ ਮਜ਼ਬੂਤ ਘਰੇਲੂ ਸਮਾਨ ਤਿਆਰ ਕਰ ਲੈਂਦੀਆਂ ਸਨ। ਜਿਵੇਂ ਸਵਾਣੀਆਂ ਆਪਣੇ ਘਰੇਲੂ ਭਾਂਡਿਆਂ ਨੂੰ ਟਿਕਾਉਣ ਵਾਸਤੇ ਬਰਾਂਦਰੀ, ਸੁੱਕੀਆਂ ਖਾਦ ਵਸਤੂਆਂ ਪਦਾਰਥ ਜਿਵੇਂ ਆਟਾ, ਦਾਲਾਂ, ਗੁੜ ਨੂੰ ਸੰਭਾਲਣ ਵਾਸਤੇ ਛੋਟੀਆਂ ਭੜੋਲੀਆਂ, ਵੱਡੇ ਭੜੋਲੇ, ਚੱਕੀ ਦਾ ਗੰਢ, ਤੰਦੂਰ, ਚੌਂਕੇ ਵਾਲੇ ਚੁੱਲ੍ਹੇ, ਲੋਹ ਚੌਂਕੇ ਵਾਲਾ ਓਟਾ, ਦੁੱਧ ਤੱਤਾ ਕਰਨ ਵਾਲੇ ਹਾਰੇ ਭੜੋਲੀਆਂ,
ਇਹ ਸਭ ਘਰੇਲੂ ਸਮਾਨ ਨੂੰ ਹੁਨਰਮੰਦ ਬੀਬੀਆਂ ਆਪਣੇ ਹੱਥਾਂ ਵਿੱਚ ਛੁਪੀ ਹੋਈ ਕਲਾ ਨਾਲ ਮਿੱਟੀ ਨੂੰ ਜ਼ਿਆਦਾ ਗੁੰਨ ਕੇ ਰੀਝ ਨਾਲ ਤਿਆਰ ਕਰਦੀਆਂ ਤੇ ਉੱਪਰ ਘੁੱਗੀਆਂ ਮੋਰਾਂ ਦੇ ਬੁੱਤ ਵੀ ਬਣਾ ਦਿੰਦੀਆਂ ਸਨ, ਜੋ ਪੋਚਾ ਮਿੱਟੀ ਦੇ ਘੋਲ ਦਾ ਪੋਚਾ ਮਾਰਨ ਤੋਂ ਮਗਰੋਂ ਬਹੁਤ ਸੁੰਦਰ ਲੱਗਦੇ ਹੁੰਦੇ ਸਨ। ਉਹ ਉਸ ਵੇਲੇ ਦੇ ਬਜ਼ੁਰਗ ਹੱਥਾਂ ਵਿਚਲੀ ਹੁਨਰੀ ਕਲਾ ਦਾ ਨਮੂਨਾ ਹੀ ਹੁੰਦੇ ਸਨ। ਇਹ ਸਭ ਕੁਝ ਨੂੰ ਬਣਾਉਣ ਦਾ ਢੰਗ ਤਰੀਕਾ ਇੱਕੋ ਹੀ ਸੀ, ਜੋ ਥੋੜ੍ਹਾ ਥੋੜ੍ਹਾ ਕਰਕੇ ਜ਼ਰੂਰੀ ਰੋਜ਼ ਬਣਾਉਣਾ ਇਸ ਕਰਕੇ ਸੀ ਤਾਂ ਕਿ ਪਹਿਲਾਂ ਬਣਾਇਆ ਹੋਇਆ ਸੁੱਕ ਜਾਵੇ। ਚੌਕੇ ਚੁੱਲ੍ਹੇ ਨੂੰ ਪਵਿੱਤਰ ਥਾਂ ਮੰਨਿਆ ਜਾਂਦਾ ਸੀ। ਉਸ ਵੇਲੇ ਦਾ ਮੰਨਣਾ ਸੀ ਕਿ ਦੁੱਧ ਵੇਚਿਆ, ਪੁੱਤ ਵੇਚਿਆ ਇੱਕ ਬਰਾਬਰ ਸਮਝਿਆ ਜਾਂਦਾ ਸੀ। ਪਾਥੀਆਂ ਦੀ ਮਦਦ ਨਾਲ ਅੱਗ ਦੱਬਣੀ ਕਾਇਮ ਰੱਖਣੀ। ਪੁਰਾਣੇ ਸਮੇਂ ਵਿੱਚ ਬਜ਼ੁਰਗਾਂ ਨੂੰ ਸਮੇਂ-ਸਮੇਂ ਮੁਸ਼ਕਲਾਂ, ਘਾਟਾਂ ਤੇ ਥੋੜਾਂ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਰਿਹਾ। ਤਦ ਬਜ਼ੁਰਗ ਉਸ ਥੁੜ ਦਾ ਬਦਲ ਵੀ ਲੱਭ ਲੈਂਦੇ ਸਨ। ਜਿਵੇਂ ਅੰਗਰੇਜ਼ ਰਾਜ ਦੇ ਸਨ 1944 ਤੋਂ 1945 ਈਸਵੀ ਵੇਲੇ ਖੰਡ, ਮਿੱਟੀ ਦਾ ਤੇਲ, ਕੱਪੜਾ ਤੇ ਤੀਲਾਂ ਵਾਲੀਆਂ ਡੱਬੀਆਂ ਦੀ ਪੰਜਾਬ ਵਿੱਚ ਕਿਸੇ ਕਾਰਨ ਬਹੁਤ ਵੱਡੀ ਥੁੜ ਆ ਗਈ ਸੀ ਤੇ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਸੀ। ਉਸ ਵੇਲੇ ਕਾਂਗਰਸ ਤੇ ਅਕਾਲੀ ਪਾਰਟੀਆਂ ਤੇ ਕਮਿਊਨਿਸਟ ਪਾਰਟੀ ਜ਼ਬਰਦਸਤ ਹੋਣ ਕਰਕੇ ਅੰਗਰੇਜ਼ ਸਰਕਾਰ ਵਿਰੁੱਧ ਇਸ ਥੁੜ ਬਾਰੇ ਜਲੂਸ ਕੱਢ ਕੇ ਮੁਜ਼ਾਹਰੇ ਵੀ ਕਰਦੀਆਂ ਸਨ। ਤੀਲਾਂ ਵਾਲੀਆਂ ਡੱਬੀਆਂ ਨਾ ਮਿਲਣ ਕਰਕੇ ਹਰ ਰੋਜ਼ ਸਵੇਰੇ ਅੱਗ ਬਾਲਣੀ ਮੁਸ਼ਕਲ ਹੋ ਜਾਂਦੀ ਸੀ। ਸਾਰੇ ਪਰਿਵਾਰ ਇੱਕ ਦੂਸਰੇ ਘਰਾਂ ਵੱਲ ਨਜ਼ਰ ਰੱਖਦੇ ਹੁੰਦੇ ਸੀ। ਜਿਸ ਘਰ ਵਿੱਚ ਧੂੰਆਂ ਨਿਕਲਦਾ ਨਜ਼ਰ ਆ ਜਾਂਦਾ ਸੀ ਤਾਂ ਦੂਸਰੇ ਘਰਾਂ ਦੀਆਂ ਸਵਾਣੀਆਂ ਉਸ ਘਰੋਂ ਅੱਗ ਲੈਣ ਚਲੀਆਂ ਜਾਂਦੀਆਂ ਸਨ ਤੇ ਅੱਗ ਲਿਆ ਕੇ ਆਪਣੇ ਘਰ ਦਾ ਚੁੱਲ੍ਹਾ ਗਰਮ ਕਰਦੀਆਂ ਤੇ ਭੋਜਨ ਤਿਆਰ ਕਰ ਲਿਆ ਜਾਂਦਾ ਸੀ। ਇਹ ਕਹਾਣੀ ਇੱਕ ਦਿਨ ਦੀ ਹੀ ਨਹੀਂ ਸੀ, ਸਗੋਂ ਰੋਜ਼ ਦੀ ਤੇ ਹਰ ਪਿੰਡ ਦੇ ਹਰ ਘਰ ਦੀ ਸਾਂਝੀ ਸੀ। ਸਵਾਣੀਆਂ ਨੂੰ ਦਿਨ ਚੜ੍ਹਦੇ ਹੀ ਸਵੇਰ ਵੇਲੇ ਫਿਕਰ ਹੋ ਜਾਂਦਾ ਕਿ ਕੀ ਅੱਜ ਵੀ ਕਿਸੇ ਘਰ ਵਿੱਚੋਂ ਧੂੰਆਂ ਨਿਕਲਦਾ ਨਜ਼ਰ ਆਉਂਦਾ। ਫਿਰ ਧੂੰਏ ਨੂੰ ਦੇਖਦਿਆਂ ਹੀ ਸਵਾਣੀਆਂ ਆਪ ਜਾਂ ਆਪਣੀ ਸਮਝਦਾਰ ਬੇਟੀ ਜਾਂ ਬੇਟੇ ਨੂੰ ਚੱਪਣ ਦੇ ਕੇ ਉਸ ਘਰ ਵਿੱਚ ਭੇਜ ਦਿੰਦੀਆਂ ਸਨ। ਉਸ ਘਰੋਂ ਕੁਝ ਮਗ ਦੇ ਕੋਲੇ ਚੱਪਣ ਉੱਪਰ ਰੱਖ ਕੇ ਚੱਪਣ ਗਰਮ ਹੋ ਜਾਣ ਤੋਂ ਪਹਿਲਾਂ ਉਹ ਆਪਣੇ ਘਰ ਪਹੁੰਚ ਜਾਂਦੇ ਸਨ। ਤਾਂ ਸਵਾਣੀ ਚੁੱਲ੍ਹੇ ਵਿੱਚ ਕੁਝ ਸੁੱਕੇ ਕੱਖਾਂ ਉੱਪਰ ਉਹ ਕੋਲੇ ਨੂੰ ਰੱਖ ਕੇ ਫੂਕਾਂ ਮਾਰ ਕੇ ਅੱਗ ਬਾਲ ਕੇ ਸਵੇਰ ਦਾ ਖਾਣਾ ਤਿਆਰ ਕਰ ਲੈਂਦੀਆਂ ਸਨ। ਧੂੰਆਂ ਨਿਕਲਦੇ ਘਰੋਂ ਜੇ ਕੋਲੇ ਨਾ ਹੋਣ ਦੀ ਸੂਰਤ ਵਿੱਚ ਕੁਝ ਸਲਵਾੜ ਦੇ ਲੰਬੇ ਕੱਖਾਂ ਨੂੰ ਵੀ ਹੱਥ ਵਿੱਚ ਫੜ ਕੇ ਕੱਖਾਂ ਦੇ ਇੱਕ ਸਿਰੇ ਨੂੰ ਅੱਗ ਲਾ ਕੇ ਜਲਦੀ ਘਰ ਮੁੜਨਾ ਪੈਂਦਾ ਸੀ ਤਾਂ ਕਿ ਅੱਗ ਦਾ ਸੇਕ ਹੱਥਾਂ ਤੱਕ ਨਾ ਪਹੁੰਚ ਸਕੇ। ਉਸ ਵੇਲੇ ਕੋਈ ਵੀ ਪਰਿਵਾਰ ਚਾਹ ਨਾ ਪੀਂਦਾ ਹੋਣ ਕਰਕੇ ਘਰਾਂ ਵਿੱਚ ਚਾਹ ਨਹੀਂ ਸੀ ਬਣਦੀ। ਘਰ ਵਿੱਚ ਹੀ ਅੱਗ ਜ਼ਿੰਦਾ ਰੱਖਣ ਦੀ ਕਾਢ, ਅੱਗ ਦੱਬਣੀ। ਤੀਲਾਂ ਵਾਲੀਆਂ ਅੱਗ ਬਾਲਣ ਵਾਲੀਆਂ ਡੱਬੀਆਂ ਲੰਬਾ ਸਮਾਂ ਨਾ ਮਿਲਣ ਕਰਕੇ ਲੋਕ ਹਰ ਰੋਜ਼ ਦੇ ਇਸ ਸਿਆਪੇ ਤੋਂ ਤੰਗ ਆ ਕੇ ਨਵੀਆਂ ਕਾਢਾਂ ਕੱਢਣ ਲੱਗ ਪਏ ਸਨ। ਲੋੜ ਕਾਢ ਦੀ ਮਾਂ ਹੁੰਦੀ ਹੈ। ਆਖਰ ਅੱਗ ਦੱਬਣ ਨਾਲ ਅੱਗ ਨੂੰ ਜ਼ਿੰਦਾ ਰੱਖਣ ਦੀ ਕਾਢ ਹੋਂਦ ਵਿੱਚ ਆਈ। ਸਵਾਣੀਆਂ ਸ਼ਾਮ ਨੂੰ ਚੌਕੇ ਚੁੱਲ੍ਹੇ ਦਾ ਸਾਰਾ ਕੰਮ ਨਿਬੇੜ ਕੇ ਕੁਝ ਪਾਥੀਆਂ ਨੂੰ ਥੋੜ੍ਹਾ ਆਪਸ ਵਿੱਚ ਜੋੜ ਕੇ ਕਤਾਰ ਬਣਾ ਕੇ ਉਹਨਾਂ ਉੱਤੇ ਕੁਝ ਮਗ ਦੇ ਕੋਲੇ ਰੱਖ ਦਿੰਦੀਆਂ ਸਨ। ਇਹ ਪਾਥੀਆਂ ਦੀ ਧੁਖਦੀ ਰਹਿੰਦੀ ਅੱਗ ਸਵੇਰ ਤੱਕ ਕਾਇਮ ਰਹਿੰਦੀ ਸੀ। ਤਦ ਸਵਾਣੀਆਂ ਆਖਰੀ ਪਾਥੀ ਵਿੱਚੋਂ ਉਸ ਦਾ ਮਗ ਦਾ ਕੋਲਾ ਚਿਮਟੇ ਨਾਲ ਚੁੱਕ ਕੇ ਸੁੱਕੇ ਕੱਖਾਂ ਉੱਪਰ ਰੱਖ ਕੇ ਫੂਕਾਂ ਮਾਰ ਕੇ ਆਪਣੇ ਹੀ ਘਰ ਦੀ ਸੁਆਹ ਵਿੱਚ ਦੱਬੀ ਹੋਈ ਤੇ ਜਿੰਦਾ ਰੱਖੀ ਹੋਈ ਅੱਗ ਬਾਲ ਲੈਂਦੀਆਂ ਸਨ। ਇਸ ਕਾਢ ਦੇ ਨਿਕਲਣ ਦਾ ਇਹ ਫਾਇਦਾ ਹੋਇਆ ਕਿ ਸਵਾਣੀਆਂ ਨੂੰ ਹਰ ਰੋਜ਼ ਗੁਆਂਢੀਆਂ ਦੇ ਘਰ ਚੱਪਣ ਫੜ ਜਾਂ ਸਲਵਾੜ ਦੇ ਲੰਬੇ ਕੱਖ ਫੜ ਕੇ ਅੱਗ ਮੰਗਣ ਜਾਣ ਤੋਂ ਖਹਿੜਾ ਛੁੱਟ ਗਿਆ ਸੀ। ਉਹਨਾਂ ਕਤਾਰ ਵਿੱਚ ਰੱਖੀਆਂ ਗਈਆਂ ਪਾਥੀਆਂ ਦੇ ਉੱਪਰ ਤੈਅ ਨੂੰ ਮੋਟਾ ਕਰਨ ਵਾਸਤੇ ਚੁੱਲ੍ਹੇ ਦੀ ਬੁਝੀ ਤੇ ਗਰਮ ਸੁਆਹ ਤੋਂ ਦਲ ਨੂੰ ਵੀ ਪਾ ਦਿੱਤਾ ਜਾਂਦਾ ਸੀ, ਜਿਸ ਕਰਕੇ ਅੱਗ ਸਵੇਰ ਤੱਕ ਚੰਗੀ ਤਰ੍ਹਾਂ ਕਾਇਮ ਰਹਿੰਦੀ ਸੀ। ਕੁਝ ਸਮੇਂ ਮਗਰੋਂ ਬੰਦ ਹੋਈਆਂ ਤੀਲਾਂ ਵਾਲੀਆਂ ਡੱਬੀਆਂ ਖੰਡ, ਮਿੱਟੀ ਦਾ ਤੇਲ ਤੇ ਕੱਪੜਾ ਮਿਲਣ ਲੱਗ ਪਿਆ ਸੀ। ਕਮਿਊਨਿਸਟਾਂ ਦੀਆਂ ਸਿਆਸੀ ਸਰਗਰਮੀਆਂ ਬਾਰੇ ਸੰਖੇਪ ਜਾਣਕਾਰੀ। ਮੇਰੀ ਯਾਦ ਮੁਤਾਬਕ 1944-45 ਈਸਵੀ ਵੇਲੇ ਜਦੋਂ ਮੈਂ ਚੌਥੀ ਪੰਜਵੀਂ ਜਮਾਤ ਦਾ ਵਿਦਿਆਰਥੀ ਸਾਂ ਤੇ ਸਰਕਾਰੀ ਸਕੂਲ ਸਿੱਧਵਾਂ ਦੋਨਾ ਵਿਖੇ ਪੜ੍ਹਦਾ ਸੀ, ਤਦ ਉਹਨਾਂ ਦਿਨਾਂ ਵਿੱਚ ਪੰਜਾਬ ਵਿੱਚ ਕਾਮਰੇਡ ਅਕਾਲੀਆਂ ਤੇ ਕਾਂਗਰਸ ਪਾਰਟੀਆਂ ਤੋਂ ਜ਼ਿਆਦਾ ਤਾਕਤਵਰ ਹੋਣ ਕਰਕੇ ਸਰਗਰਮੀਆਂ ਨਾਲ ਅੰਗਰੇਜ਼ ਸਰਕਾਰ ਖਿਲਾਫ ਲੋਕਾਂ ਦੇ ਹੱਕਾਂ ਬਾਰੇ ਆਪਣਾ ਵਿਰੋਧ ਦਿਖਾਉਂਦੀਆਂ। ਉਹਨਾਂ ਦਿਨਾਂ ਵਿੱਚ ਖੰਡ, ਮਿੱਟੀ ਦਾ ਤੇਲ ਤੇ ਕੱਪੜਾ ਨਾ ਮਿਲਣ ਕਰਕੇ ਮੁਜ਼ਾਹਰੇ ਹੁੰਦੇ ਰਹਿੰਦੇ ਸਨ ਤੇ ਆਪਣੇ ਵੱਲੋਂ ਘੜੇ ਕੜਾਏ ਨਾਅਰੇ ਲੱਗਦੇ, ਜਿਵੇਂ ਕਿ ਕੀ ਮੈਂ ਝੂਠ ਬੋਲਦਾ, ਤਾਂ ਦੂਸਰੇ ਜਵਾਬ ਵਿੱਚ ਬੋਲਦੇ ਸਨ ਕੋਈ ਨਾ। ਤਦ ਪਹਿਲਾਂ ਫਿਰ ਬੋਲਦਾ ਸੀ ਕਿ ਮੈਂ ਕੁਫਰ ਤੋਲਦਾ, ਤਾਂ ਦੂਸਰੇ ਸਾਥੀ ਫਿਰ ਬੋਲਦੇ ਜੀ ਕੋਈ ਨਾ। ਇਹ ਨਾਅਰੇ ਲਗਾਤਾਰ ਚੱਲਦੇ ਰਹਿੰਦੇ ਸਨ। ਉਸ ਵੇਲੇ ਸਾਰੀਆਂ ਰਿਆਸਤਾਂ ਦੇ ਰਾਜੇ ਮਹਾਰਾਜੇ ਆਪਣੀ ਖਲ ਨੂੰ ਤੇ ਰਾਜ ਭਾਗ ਅਤੇ ਰਿਆਸਤ ਨੂੰ ਵੀ ਅੰਗਰੇਜ਼ੀ ਰਾਜ ਦੇ ਗੁੱਸੇ ਤੋਂ ਬਚਾਉਣ ਖਾਤਰ ਅੰਗਰੇਜ਼ੀ ਪੱਖੀ ਹੀ ਸਨ ਤੇ ਰਿਆਸਤੀ ਪੁਲਿਸ ਵਿੱਚ ਜ਼ਿਆਦਾ ਮੁਲਾਜ਼ਮ ਮੁਸਲਿਮ ਭਾਈਚਾਰੇ ਦੇ ਹੀ ਹੁੰਦੇ ਸਨ। ਤਦ ਕੀ ਹੋਇਆ, ਅੰਗਰੇਜ਼ ਸਰਕਾਰ ਦੇ ਹਿੱਤਾਂ ਖਾਤਰ ਕਪੂਰਥਲਾ ਪ੍ਰਸ਼ਾਸਨ ਤੇ ਪੁਲਿਸ ਨੇ ਸਾਰੇ ਕਾਮਰੇਡ ਫੜ ਕੇ ਡਾਂਗਾਂ ਨਾਲ ਕੁੱਟਣੇ ਸ਼ੁਰੂ ਕਰ ਦਿੱਤੇ ਸਨ। ਮੇਰੇ ਤੋਂ ਸੀਨੀਅਰ ਤੇ ਵੱਡੀ ਉਮਰ ਦੇ ਵਿਦਿਆਰਥੀਆਂ ਦੇ ਦੱਸਣ ਮੁਤਾਬਕ ਜਦੋਂ ਪੁਲਿਸ ਕਾਮਰੇਡਾਂ ਨੂੰ ਕੁੱਟਦੀ ਸੀ ਤਦ ਡਾਂਗ ਕਾਮਰੇਡ ਦੇ ਮਾਰਦਿਆਂ ਇੱਕ ਪੁਲਿਸ ਮੁਲਾਜ਼ਮ ਮੂੰਹੋਂ ਬੋਲਦਾ ਸੀ ਕਿ ਮੈਂ ਪੋਲੀ ਡਾਂਗ ਮਾਰਦਾ, ਤਾਂ ਦੂਸਰੇ ਮੁਲਾਜ਼ਮ ਕਾਮਰੇਡਾਂ ਦੇ ਨਾਅਰਿਆਂ ਤੋਂ ਚਿੜੇ ਹੋਏ ਬੋਲਦੇ ਸਨ ਕੋਈ ਨਾ। ਰਿਆਸਤੀ ਪੁਲਿਸ ਬਹੁਤ ਬੇਰਹਿਮੀ ਨਾਲ ਕਾਮਰੇਡਾਂ ਨੂੰ ਡਾਂਗਾਂ ਨਾਲ ਕੁੱਟਦੀ ਹੁੰਦੀ ਸੀ।
ਪਹਿਲੇ ਨਾਅਰੇ ਲੋਕ ਪੱਖੀ ਤੇ ਅੰਗਰੇਜ਼ ਸਰਕਾਰ ਦੇ ਖਿਲਾਫ ਕਾਮਰੇਡਾਂ ਨੇ ਲਗਾਏ ਸਨ ਤੇ ਹੁਣ ਵਾਲੇ ਦੂਸਰੇ ਨਾਅਰੇ ਸਰਕਾਰ ਦੇ ਹਿੱਤਾਂ ਵਿੱਚ ਪੁਲਿਸ ਵਾਲੇ ਕਾਮਰੇਡਾਂ ਨੂੰ ਡਾਂਗਾਂ ਨਾਲ ਕੁੱਟ ਕੇ ਲਗਾ ਰਹੇ ਸਨ। ਮੇਰੇ ਤੋਂ ਸੀਨੀਅਰ ਵਿਦਿਆਰਥੀਆਂ ਦੇ ਦੱਸਣ ਦੇ ਮੁਤਾਬਕ ਸਭ ਤੋਂ ਜ਼ਿਆਦਾ ਸੱਟਾਂ ਜੋ ਪੁਲਿਸ ਨੇ ਡਾਂਗਾਂ ਨਾਲ ਮਾਰੀਆਂ ਸਨ ਉਹ ਸੁੰਨੜਾ ਪਿੰਡ ਵਾਲੇ ਬਜ਼ੁਰਗ ਕਾਮਰੇਡ ਸਰਦਾਰ ਲੱਖਾ ਸਿੰਘ ਦੇ ਵੱਜੀਆਂ ਸਨ, ਜੋ ਸ਼ੰਕਰ ਸਿੰਘ ਦੇ ਪਿਤਾ ਤੇ ਅਮਰੀਕ ਸਿੰਘ ਦੇ ਬਾਬਾ ਜੀ ਸਨ। ਉਸ ਦੇ ਸੱਟਾਂ ਵੱਜਣ ਦਾ ਕਾਰਨ ਉਹੀ ਰਿਆਸਤੀ ਕਾਮਰੇਡਾਂ ਦਾ ਮੁਖੀ ਹੋਣ ਕਰਕੇ ਸੀ। ਉਸ ਤੋਂ ਮਗਰੋਂ ਖੰਡ, ਮਿੱਟੀ ਦਾ ਤੇਲ ਤੇ ਕੱਪੜੇ ਦੇ ਸਰਕਾਰੀ ਕੰਟਰੋਲ ਹੇਠ ਡਿਪੂ ਖੁੱਲ੍ਹ ਗਏ ਸਨ ਤੇ ਹਰ ਪਰਿਵਾਰ ਨੂੰ ਸਰਕਾਰ ਵੱਲੋਂ ਨਿਰਧਾਰਤ ਕੀਤੇ ਹੋਏ ਨਾਪ ਤੋਲ ਦੇ ਮੁਤਾਬਕ ਹਰ ਮਹੀਨੇ ਨਿਰਧਾਰਤ ਖੰਡ, ਤੇਲ ਤੇ ਕੱਪੜਾ ਮਿਲਣ ਲੱਗ ਪਿਆ ਸੀ। ਉਸ ਵੇਲੇ ਨਾਪ ਤੋਲ ਸੇਰਾਂ ਤੇ ਗਜ਼ਾਂ ਵਿੱਚ ਹੁੰਦੀ ਸੀ, ਜੋ 1957 ਈਸਵੀ ਵਿੱਚ ਬਦਲ ਕੇ ਮੈਟ੍ਰਿਕ ਸਿਸਟਮ ਜਿਵੇਂ ਸੇਰਾਂ ਦੀ ਥਾਂ ਕਿਲੋਗ੍ਰਾਮ ਤੇ ਗਜ਼ਾਂ ਦੀ ਥਾਂ ਮੀਟਰਾਂ ਨੇ ਸੰਭਾਲ ਲਈ ਸੀ। ਖੰਡ ਅਤੇ ਕੱਪੜੇ ਦੇ ਨਾਲ ਤੀਲਾਂ ਵਾਲੀਆਂ ਡੱਬੀਆਂ ਵੀ ਮਿਲਣ ਲੱਗ ਪਈਆਂ ਸਨ। ਕੱਚੀਆਂ ਕੰਧਾਂ ਵਿੱਚ ਰੱਖੀਆਂ ਅਲਮਾਰੀਆਂ, ਖਿੜਕੀਆਂ ਤੇ ਦਰਵਾਜ਼ੇ। ਕੱਚੇ ਕੋਠਿਆਂ ਦੀਆਂ ਅੰਦਰਲੀਆਂ ਕੰਧਾਂ ਵਿੱਚ ਢੁਕਵੇਂ ਥਾਂ ਦੀ ਚੋਣ ਕਰਕੇ ਉਸਾਰੀ ਵੇਲੇ ਹੀ ਅਲਮਾਰੀ ਵਾਸਤੇ ਲੱਕੜੀ ਦਾ ਫਰੇਮ ਬਣਵਾ ਕੇ ਫਿੱਟ ਕਰਕੇ ਉਸ ਦੇ ਢੱਕਣ ਵੀ ਲੱਕੜੀ ਦੇ ਫਰੇਮ ਤੇ ਪੱਲਿਆਂ ਵਾਲੀਆਂ ਖਿੜਕੀਆਂ ਤੇ ਲੱਕੜੀ ਦੀ ਚੁਗਾਠ ਤੇ 2 ਪੱਲਿਆਂ ਵਾਲੇ ਦਰਵਾਜ਼ੇ ਫਿੱਟ ਕੀਤੇ ਜਾਂਦੇ ਸਨ, ਜੋ ਲੱਕੜੀ ਦੇ ਚੱਠੂ ਉੱਤੇ ਘੁੰਮਦੇ ਹੁੰਦੇ ਸਨ। ਜਿਸ ਘਰ ਵਿੱਚ ਡਿਊਟੀ ਹੁੰਦੀ ਸੀ ਉੱਥੇ ਵੱਡੇ ਗੇਟ ਨੂੰ ਵੀ ਵੱਡੇ ਲੱਕੜੀ ਦੇ ਦਰਵਾਜ਼ੇ ਹੀ ਲੱਗਦੇ ਹੁੰਦੇ ਸਨ। ਅਲਮਾਰੀਆਂ, ਖਿੜਕੀਆਂ ਤੇ ਦਰਵਾਜ਼ਿਆਂ ਵਾਲਾ ਇਹੋ ਸੱਭਿਆਚਾਰ ਪੱਕੇ ਮਕਾਨਾਂ, ਪੱਕੀਆਂ ਤੇ ਵੱਡੀਆਂ ਡਬਲ ਇੱਟਾਂ ਦੀਆਂ ਉਸਾਰੀਆਂ ਵੇਲੇ ਵੀ ਚਾਲੂ ਰਿਹਾ ਸੀ। ਪਰ 1980 ਤੋਂ 1985 ਈਸਵੀ ਤੋਂ ਮਗਰੋਂ ਪੱਕੇ ਮਕਾਨਾਂ ਤੋਂ ਕੋਠੀ ਸੱਭਿਆਚਾਰ ਸ਼ੁਰੂ ਹੋ ਗਿਆ ਸੀ। ਭਾਵੇਂ ਇਸ ਤੋਂ ਪਹਿਲਾਂ ਵੀ ਕੋਈ ਕੋਠੀ ਬਣ ਚੁੱਕੀ ਸੀ। ਇਸੇ ਸਮੇਂ ਅਲਮਾਰੀ, ਖਿੜਕੀਆਂ ਤੇ ਦਰਵਾਜ਼ਿਆਂ ਦਾ ਲੱਕੜੀ ਦਾ ਬਣਨਾ ਬੰਦ ਹੋ ਗਿਆ ਤੇ ਲੋਹੇ ਦੀਆਂ ਮਜ਼ਬੂਤ ਗਰਿੱਲਾਂ ਵਾਲੀਆਂ ਖਿੜਕੀਆਂ, ਲੋਹੇ ਦੇ ਫਰੇਮ ਵਾਲੇ ਤੇ ਇੱਕੋ ਹੀ ਲੋਹੇ ਦੇ ਮਜ਼ਬੂਤ ਪੱਲੇ ਵਾਲੇ ਤੇ ਜਾਲੀ ਦੇ ਦੋਹਰੇ ਪੱਲੇ ਵਾਲੇ ਦਰਵਾਜ਼ੇ ਲੱਗਣ ਲੱਗ ਪਏ ਸਨ। ਇਸੇ ਵੇਲੇ ਪੱਕਿਆਂ ਮਕਾਨਾਂ ਤੇ ਕੋਠੀਆਂ ਦੇ ਸੱਭਿਆਚਾਰ ਵਿੱਚ ਬਹੁਤ ਹੀ ਤਬਦੀਲੀਆਂ ਹੋ ਗਈਆਂ ਹਨ। ਡਿਊਟੀ ਦੇ ਵੱਡੇ ਦਰਵਾਜ਼ੇ, ਜੋ ਦੂਸਰੇ ਘਰੇਲੂ ਦਰਵਾਜ਼ਿਆਂ ਵਾਂਗ ਲੱਕੜੀ ਦੀਆਂ ਚੀਠੀਆਂ ਵਾਲੇ ਤੇ ਜੋ ਲੱਕੜੀ ਦਿਆਂ ਹੀ ਚੱਠੂਆਂ ਉੱਤੇ ਚੀਠੀਆਂ ਨਾਲ ਹੀ ਘੁੰਮਦੇ ਹੁੰਦੇ ਸਨ, ਸਭ ਕੁਝ ਇਹ ਬਦਲ ਕੇ ਉੱਥੇ ਹੁਣ ਬਹੁਤ ਹੀ ਸੁੰਦਰ ਲੋਹੇ ਦੀਆਂ ਗਰਿੱਲਾਂ ਤੇ ਚਾਦਰਾਂ ਦੇ ਬਣੇ ਮਨਮੋਹਕ ਗੇਟ ਕੋਠੀਆਂ ਦੀ ਸੁੰਦਰਤਾ ਨੂੰ ਚਾਰ ਚੰਦ ਲਾ ਰਹੇ ਹਨ। ਸੰਦੂਕ ਅਤੇ ਟੰਗਣੇ। ਪੁਰਾਣੇ ਸਮੇਂ ਵਿੱਚ ਨਵ-ਵਿਆਹੀਆਂ ਮੁਟਿਆਰਾਂ ਆਪਣੇ ਨਵੇਂ ਬਣੇ ਸਹੁਰਾ ਘਰ ਵਿੱਚ ਜ਼ਿੰਦਗੀ ਦੇ ਅੰਤਮ ਸਮੇਂ ਤੱਕ ਜ਼ਿੰਦਗੀ ਗੁਜ਼ਾਰਨ ਵਾਸਤੇ ਆਪਣੇ ਹੀ ਸੁਚੱਜੇ ਤੇ ਹੁਨਰਮੰਦ ਹੱਥਾਂ ਨਾਲ ਵਿਆਹ ਤੋਂ ਪਹਿਲੇ ਦਿਨਾਂ ਵੇਲੇ ਬਣਾਈਆਂ ਤੇ ਰੀਝਾਂ ਨਾਲ ਬੁਣੀਆਂ ਦਰੀਆਂ, ਫੁਲਕਾਰੀਆਂ, ਖੇਸ, ਖੇਸੀਆਂ, ਪੱਖੀਆਂ, ਇਹਨੂੰ, ਚੀਕੂ ਤੇ ਆਪਣਾ ਹੋਰ ਸਮਾਨ ਸੰਭਾਲਣ ਵਾਸਤੇ ਬਹੁਤ ਹੀ ਸੁੰਦਰ ਫੁੱਲ ਬੂਟਿਆਂ, ਪਿੱਤਲ ਦੀਆਂ ਪੱਤੀਆਂ ਤੇ ਲਾਟੂਆਂ ਨਾਲ ਸ਼ਿੰਗਾਰਿਆ ਸਮਾਨ ਲੈ ਕੇ ਆਉਂਦੀਆਂ, ਜਿਵੇਂ ਲੱਕੜੀ ਦਾ ਸੰਦੂਕ, ਚਰਖਾ, ਪੀੜੀ ਤੇ ਭਾਂਡੇ ਵਗੈਰਾ, ਜੋ ਪੂਰੇ ਘਰ ਵਿੱਚ ਵਰਤਣ ਵਾਸਤੇ ਉਹਨਾਂ ਦੀ ਨਿੱਜੀ ਸੰਪਤੀ ਹੁੰਦੀ ਸੀ। ਸੰਦੂਕ 2 ਰੱਖਣਿਆਂ ਵਾਲਾ, ਜਿਵੇਂ ਉੱਪਰਲੇ ਖਾਨੇ ਵਿੱਚ ਨਵੀਆਂ ਦਰੀਆਂ, ਰਜਾਈਆਂ ਤੇ ਤਲਾਈਆਂ ਤੇ ਹੋਰ ਸਮਾਨ, ਤੇ ਹੇਠਲੇ ਖਾਨੇ ਰੱਖਣੇ ਵਿੱਚ ਫੁਲਕਾਰੀਆਂ, ਪੱਖੀਆਂ ਤੇ ਪਾਉਣ ਪਹਿਨਣ ਵਾਲੇ ਕੱਪੜੇ ਸੰਭਾਲੇ ਜਾਂਦੇ ਸਨ। ਕੱਚੇ ਕੋਠਿਆਂ ਵਿੱਚ ਹੋਰ ਵਾਧੂ ਘਾਟੂ ਸਮਾਨ ਸੰਭਾਲਣ, ਜਿਵੇਂ ਰੋਜ਼ ਵਰਤੋਂ ਬਚਾਉਣ ਵਾਲੇ ਬਿਸਤਰਿਆਂ ਦੀਆਂ ਦਰੀਆਂ, ਤਲਾਈਆਂ, ਰਜਾਈਆਂ, ਚਾਦਰਾਂ ਤੇ ਹੋਰ ਸਮਾਨ ਹੁੰਦਾ ਸੀ, ਲਈ ਟੰਗਣੇ ਬਣਾਏ ਹੁੰਦੇ ਸਨ। ਤਾਕ ਅਤੇ ਆਲੇ। ਪੁਰਾਣੇ ਸਮੇਂ ਵਿੱਚ ਜਿਸ ਵੇਲੇ ਪਿੰਡਾਂ ਦੇ ਕੱਚੇ ਕੋਠਿਆਂ ਵਿੱਚ ਬਿਜਲੀ ਨਾਲ ਜਗਣ ਵਾਲੇ ਲਾਟੂਆਂ ਦਾ ਕੋਈ ਨਾਮ ਨਿਸ਼ਾਨ ਵੀ ਨਹੀਂ ਸੀ, ਉਸ ਵੇਲੇ ਮਿੱਟੀ ਦੇ ਪੱਕੇ ਹੋਏ ਦੀਵਿਆਂ ਵਿੱਚ ਸਰੋਂ ਦਾ ਤੇਲ ਪਾ ਕੇ ਤੇ ਰੂੰ ਦੀ ਬੱਤੀ ਵੱਟ ਕੇ ਦੀਵੇ ਜਗਾਏ ਜਾਂਦੇ ਸਨ ਤੇ ਉਸ ਦੀਵੇ ਨੂੰ ਰੱਖਣ ਵਾਸਤੇ ਕੱਚੀ ਕੰਧ ਵਿੱਚ ਹੀ ਐਸੇ ਥਾਂ ਉੱਤੇ ਤਾਕ ਨਾਂ ਦਾ ਛੋਟਾ ਜਿਹਾ ਰਖਣਾ ਬਣਾਇਆ ਜਾਂਦਾ ਸੀ, ਜਿੱਥੇ ਜਗਦਾ ਦੀਵਾ ਰੱਖਣ ਨਾਲ ਸਾਰਾ ਪਰਿਵਾਰ ਰੋਟੀ ਖਾ ਸਕੇ ਜਾਂ ਹੋਰ ਕੰਮਾਂ ਨੂੰ ਕਰਨ ਵਾਸਤੇ ਦੀਵੇ ਦੀ ਲੋਅ ਮਿਲ ਸਕੇ। ਸਰੋਂ ਦੇ ਤੇਲ ਤੋਂ ਜਗਣ ਵਾਲੇ ਦੀਵਿਆਂ ਤੋਂ ਮਗਰੋਂ ਮਿੱਟੀ ਦੇ ਤੇਲ ਨਾਲ ਜਗਣ ਵਾਲੇ ਲੋਹੇ ਦੇ ਬਣੇ ਦੀਵੇ ਹੋਂਦ ਵਿੱਚ ਆ ਗਏ ਸਨ ਤੇ ਨਾਲ ਮਿੱਟੀ ਦੇ ਤੇਲ ਨਾਲ ਜਗਣ ਵਾਲੀਆਂ ਲਾਲਟਨਾਂ, ਲੈਂਪਾਂ ਹੋਂਦ ਵਿੱਚ ਆ ਗਈਆਂ ਸਨ। ਉਸ ਤੋਂ ਮਗਰੋਂ ਮਿੱਟੀ ਦੇ ਤੇਲ ਨਾਲ ਜਗਣ ਵਾਲੇ, ਜੋ ਮਿੱਟੀ ਦੇ ਤੇਲ ਤੋਂ ਗੈਸ ਬਣ ਕੇ ਜਗਦੇ ਹੁੰਦੇ ਸਨ, ਗੈਸ ਬਣ ਕੇ ਹੋਂਦ ਵਿੱਚ ਆ ਗਏ ਸਨ, ਜੋ ਬਹੁਤ ਹੀ ਰੋਸ਼ਨੀ ਦਿੰਦੇ ਹੁੰਦੇ ਸੀ। ਇਹ ਸਭ ਕੁਝ ਲਿਖਣ ਦਾ ਭਾਵ ਇਹਨਾਂ ਜਗਦੇ ਦੀਵਿਆਂ, ਲੈਂਪਾਂ ਤੇ ਗੈਸਾਂ ਵਿੱਚੋਂ ਦੀਵਿਆਂ ਦੇ ਰੱਖਣ ਵਾਸਤੇ ਤਾਕ ਜਾਂ ਆਲੇ ਹੁੰਦੇ ਸੀ, ਜੋ ਕੰਧਾਂ ਦੇ ਅੰਦਰ ਹੁੰਦੇ ਸੀ। ਪਰ ਗੈਸ ਤੇ ਲੈਂਪਾਂ ਨੂੰ ਟੰਗਣ ਵਾਸਤੇ ਕੰਧ ਤੋਂ ਬਾਹਰ ਕੀਲੀਆਂ ਜਾਂ ਰੱਸੀ ਜਾਂ ਲੋਹੇ ਦੀ ਤਾਰ ਬੰਨ੍ਹ ਕੇ ਹੀ ਲਟਕਾਇਆ ਜਾਂਦਾ ਹੁੰਦਾ ਸੀ ਤੇ ਉਸ ਦੇ ਸ਼ੀਸ਼ਿਆਂ ਨੂੰ ਰੋਜ਼ ਕੱਪੜੇ ਨਾਲ ਸਾਫ਼ ਕੀਤਾ ਜਾਂਦਾ ਸੀ। ਇਹ ਸਾਰਾ ਸੱਭਿਆਚਾਰ ਹੁਣ ਖਤਮ ਹੋ ਗਿਆ। ਕਿੱਧਰ ਗਏ ਇਹ ਸਾਰੇ ਰੰਗ? ਪੰਜਾਬੀ ਸੱਭਿਆਚਾਰ ਵਿੱਚ ਮਨੁੱਖੀ ਜ਼ਿੰਦਗੀ ਦੀਆਂ ਰਸਮਾਂ ਵਾਲਾ ਸੱਭਿਆਚਾਰ, ਇਸ ਬਾਰੇ ਗੱਲ ਕਰਾਂਗੇ ਅਗਲੇ 6ਵੇਂ ਅਧਿਆਏ ਵਿੱਚ।